ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਸ੍ਰੀ ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਸ੍ਰੀ ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਸ੍ਰੀ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ। ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਮਹਾਰਾਜ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਮਹਾਰਾਜ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਆਪਾਂ ਸਾਰੇ ਗੁਰੂ ਜੀ ਦੀ ਹਾਜ਼ਰੀ ਵਿੱਚ ਜੁੜ ਕੇ ਬੈਠੇ ਹਾਂ। ਆਓ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਲੜੀਵਾਰ ਕਥਾ। ਗੁਰੂ ਘਰ ਦਾ ਮਹਾਨ ਪਵਿੱਤਰ ਇਤਿਹਾਸ ਆਪ ਦੀ ਸਮੂਹ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਜਿਸ ਇਤਿਹਾਸ ਦੇ ਵਿੱਚੋਂ ਜ਼ਿੰਦਗੀ ਜਿਉਣ ਦੀ ਬਹੁਤ ਕੀਮਤੀ ਦੁਰਲੱਭ ਸਿੱਖਿਆਵਾਂ ਪ੍ਰਾਪਤ ਹੁੰਦੀਆਂ ਹਨ। ਸੰਗਤ ਜੀ, ਆਪ ਜੀ ਨੇ ਸਰਵਣ ਕੀਤਾ। ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਗਏ ਹਨ। ਬਾਬਾ ਮੋਹਨ ਜੀ ਮਹਾਰਾਜ ਜੀ ਦੀ ਬਾਣੀ ਸੁਣ ਕੇ ਦਰਵੀਭੂਤ ਹੋ ਗਏ ਹਨ। ਜਿਨ੍ਹਾਂ ਦਾ ਮਨ ਬਹੁਤ ਕਠੋਰ ਸੀ, ਪਹਿਲਾਂ ਮਨ ਬਿਲਕੁਲ ਦਰਵੀਭੂਤ ਹੋ ਗਿਆ ਜੀ। ਭਾਵ ਮਹਾਰਾਜ ਜੀ ਦੀ ਬਾਣੀ ਸੁਣ ਕੇ ਬਾਬਾ ਮੋਹਨ ਜੀ ਦਾ ਮਨ ਜਿਹੜਾ ਸੀ ਉਹ ਮੋਮ ਵਰਗਾ ਹੋ ਗਿਆ ਜੀ। ਮਹਾਰਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਬਾਣੀ 'ਚ ਲਿਖਦੇ ਆ, ਗੁਰ ਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੇ ਗੋ। ਬਾਬਾ ਜੀ ਨੇ ਜਿੱਥੇ ਬੜੀ ਨਿਮਰਤਾ ਦੇ ਨਾਲ ਪੋਥੀਆਂ ਦਿੱਤੀਆਂ ਮਹਾਰਾਜ ਨੂੰ, ਮਹਾਰਾਜ ਜੀ ਦੇ ਚਰਨਾਂ 'ਚ ਸਿਰ ਝੁਕਾਇਆ, ਮੱਥਾ ਟੇਕਿਆ, ਉੱਥੇ ਬਾਬਾ ਮੋਹਨ ਜੀ ਨੇ ਗੁਰੂ ਸਾਹਿਬ ਜੀ ਨੂੰ ਇਹ ਵੀ ਬੇਨਤੀ ਕੀਤੀ ਹੈ, ਹੇ ਮਹਾਰਾਜ ਸੱਚੇ ਪਾਤਸ਼ਾਹ, ਜ਼ਿੰਦਗੀ ਦਾ ਬਹੁਤ ਸਮਾਂ ਮੈਂ ਤੁਹਾਥੋਂ ਦੂਰ ਰਹਿ ਕੇ ਬਤੀਤ ਕੀਤਾ ਹੈ। ਹੁਣ ਮਹਾਰਾਜ ਮੇਰੇ ਤੇ ਕਿਰਪਾ ਕਰੋ, ਰਹਿੰਦੀ ਉਮਰ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਤੁਹਾਡੀ ਸੇਵਾ ਕਰਕੇ ਗੁਜ਼ਾਰਨਾ ਚਾਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬਾ ਮੋਹਨ ਜੀ ਦੇ ਉੱਤੇ ਪ੍ਰਸੰਨ ਹੋਏ ਹਨ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ, ਬਾਬਾ ਜੀ ਤੁਸੀਂ ਇੱਥੇ ਰਹੋ, ਆਪਣੇ ਕੋਠੇ ਵਿੱਚ ਚੁਬਾਰੇ 'ਚ ਰਹੋ, ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ, ਤੁਸੀਂ ਆਪ ਵੀ ਮੁਕਤ ਹੋ, ਤੁਹਾਡਾ ਪਰਿਵਾਰ ਵੀ ਮੁਕਤ ਹੈ ਕਹਿਣ ਲੱਗੇ। ਬਾਬਾ ਮੋਹਨ ਜੀ ਨੇ ਮਹਾਰਾਜ ਜੀ ਦਾ ਬਚਨ ਸੱਤ ਕਰਕੇ ਮੰਨ ਲਿਆ। ਅਜੇ ਮਹਾਰਾਜ ਤੁਰੇ ਹੀ ਨੇ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਛੋਟੇ ਸਪੁੱਤਰ, ਜਿਨ੍ਹਾਂ ਦਾ ਨਾਮ ਬਾਬਾ ਮੋਹਰੀ ਜੀ ਹੈ, ਬਾਬਾ ਮੋਹਰੀ ਜੀ ਆਏ। ਆਉਂਦਿਆਂ ਸਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਲਿਪਟ ਹੀ ਗਏ ਜੀ। ਬਾਬਾ ਮੋਹਰੀ ਜੀ ਬਹੁਤ ਜ਼ਿਆਦਾ ਬਾਬਾ ਮੋਹਰੀ ਜੀ ਨੇ ਮਹਾਰਾਜ ਜੀ ਦਾ ਸਨਮਾਨ ਕੀਤਾ, ਗੁਰੂ ਸਾਹਿਬ ਜੀ ਦੀ ਸੋਭਾ ਕੀਤੀ, ਵਡਿਆਈ ਕੀਤੀ ਜੀ। ਬਾਬਾ ਮੋਹਰੀ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗੇ, ਮਹਾਰਾਜ ਅਸੀਂ ਗਰੀਬ ਹੈਗੇ ਹਾਂ, ਤੁਸੀਂ ਮਹਾਰਾਜ ਪਾਤਸ਼ਾਹ ਹੋ, ਕਿਰਪਾ ਕਰਕੇ ਮਹਾਰਾਜ ਘਰ ਚਰਨ ਪਾਓ। ਮਸਾਂ ਮਸਾਂ ਮਹਾਰਾਜ ਤੁਸੀਂ ਆਏ ਹੋ। ਸੰਗਤ ਜੀ, ਬਾਬਾ ਮੋਹਰੀ ਜੀ ਨੇ ਮਹਾਰਾਜ ਜੀ ਨੂੰ ਬਹੁਤੀ ਖਿੱਚ ਪਾਈ ਜੀ। ਤੁਸੀਂ ਕੱਲ੍ਹ ਸੁਣਿਆ ਹੀ ਹੈ ਕਿਵੇਂ ਬਾਬਾ ਮੋਹਰੀ ਜੀ ਨੇ ਮਹਾਰਾਜ ਜੀ ਦੇ ਚਰਨਾਂ 'ਚ ਨਿਮਰਤਾ ਦੇ ਨਾਲ ਬੇਨਤੀਆਂ ਕੀਤੀਆਂ ਜੀ। ਜਦੋਂ ਮਹਾਰਾਜ ਜੀ ਨੂੰ ਬਹੁਤੀ ਖਿੱਚ ਪਾਈ ਨਾ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਣ ਦਾ ਫੁਰਨਾ ਬਣਾ ਲਿਆ ਜੀ। ਮਹਾਰਾਜ ਬਾਬਾ ਮੋਹਰੀ ਜੀ ਦੇ ਨਾਲ ਬਾਬਾ ਮੋਹਰੀ ਜੀ ਦੇ ਘਰ ਗਏ ਹਨ ਤੇ ਜਦੋਂ ਪਹੁੰਚੇ ਹੈ, ਮਹਾਰਾਜ ਜੀ ਦੇ ਮਾਮੀ ਜੀ ਖਲੋਤੇ ਹੋਏ ਨੇ ਘਰ ਵਿੱਚ ਜੀ। ਉਹਨਾਂ ਵੀ ਨਮਸਕਾਰ ਕੀਤੀ। ਮਾਮੀ ਜੀ ਹੋਣੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਬੈਰਾਗੀ ਹੋ ਗਏ ਨੇ ਜੀ। ਚੇਤਾ ਰੱਖਿਓ, ਠੀਕ ਹੈ, ਉੱਤੋਂ ਮੈਂ ਵੀ ਦੁਨਿਆਵੀ ਰਿਸ਼ਤੇਦਾਰੀ ਵਾਲੇ ਨਾਮ ਜਿਹੜੇ ਆ ਉਹ ਬੋਲ ਰਿਹਾ ਕਿ ਇਹ ਮਾਮੀ ਜੀ, ਇਹ ਮਾਮਾ ਜੀ, ਇਹ ਭਣੇਵਾ ਜੀ, ਪਰ ਇੱਥੇ ਗੱਲ ਕੇਵਲ ਮਾਮੀ ਮਾਮੇ ਤੇ ਭਣੇਵੇਂ ਵਾਲੀ ਨਹੀਂ ਹੈਗੀ ਜੀ। ਇੱਥੇ ਪਿਆਰ ਹੈ, ਗੱਲ ਕੇਵਲ ਤੇ ਕੇਵਲ ਸਿੱਖ ਤੇ ਗੁਰੂ ਵਾਲੀ ਹੈ ਜੀ। ਬੈਰਾਗ ਕਰਨ ਲੱਗ ਪਏ। ਕਹਿੰਦੇ ਮਹਾਰਾਜ ਬੜਾ ਸੋਹਣਾ ਸਮਾਂ ਸੀਗਾ, ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਵੀ ਇੱਥੇ ਰਹਿੰਦੇ ਸਨ, ਸ੍ਰੀ ਗੁਰੂ ਰਾਮਦਾਸ ਸਾਹਿਬ ਵੀ ਰਹਿੰਦੇ ਸਨ, ਆਪ ਜੀ ਵੀ ਇੱਥੇ ਰਹਿੰਦੇ ਸੀਗੇ, ਹੁਣ ਸਾਨੂੰ ਗਰੀਬਾਂ ਨੂੰ ਤੁਹਾਡੇ ਦਰਸ਼ਨ ਹੀ ਨਹੀਂ ਹੁੰਦੇ ਕਹਿਣ ਲੱਗੇ। ਸੰਗਤ ਜੀ ਚੇਤਾ ਰੱਖਿਓ, ਦੁਨਿਆਵੀ ਰਿਸ਼ਤੇਦਾਰੀ ਵਿੱਚ ਪੈ ਕੇ ਬੰਦਾ ਉਹ ਲਾਭ ਨਹੀਂ ਲੈ ਸਕਦਾ ਜਿਹੜਾ ਬੰਦੇ ਨੂੰ ਲੈਣਾ ਚਾਹੀਦਾ ਹੈ ਜੀ। ਗੱਜ ਕੇ ਆਖੋ, ਦੁਨੀਆ ਦੇ ਜਿਹੜੇ ਰਿਸ਼ਤੇ ਨੇ ਨਾ ਜੀ, ਜਾਂ ਰਿਸ਼ਤੇਦਾਰੀਆਂ ਨੇ, ਇਹ ਤਾਂ ਸਿਰਫ ਨਾਮ ਦੀਆਂ ਹੀ ਨੇ ਜੀ, ਨਾਮ ਦੀਆਂ ਨੇ, ਨਾਮ ਦਾ ਤਾਇਆ, ਨਾਮ ਦਾ ਚਾਚਾ। ਪਰ ਚੇਤਾ ਰੱਖਿਓ, ਜਿਹੜਾ ਨਾਮ ਜਪਣ ਵਾਲਿਆਂ ਨਾਲ ਰਿਸ਼ਤਾ ਪੈਦਾ ਹੋ ਜਾਣਾ ਨਾ ਜੀ, ਇਹ ਸਭ ਰਿਸ਼ਤਿਆਂ ਤੋਂ ਉੱਤੇ ਹੈਗਾ ਹੈ ਜੀ। ਸਭ ਰਿਸ਼ਤਿਆਂ ਤੋਂ ਸ਼੍ਰੋਮਣੀ ਰਿਸ਼ਤਾ 'ਚ ਨਾਮ ਜਪਣ ਵਾਲਿਆਂ ਦੇ ਨਾਲ ਰਿਸ਼ਤਾ ਬਣ ਜਾਣਾ ਜੀ। ਉਹ ਕੇਵਲ ਮਾਮੇ ਵਾਲੀ ਗੱਲ ਨਹੀਂ। ਤੁਸੀਂ ਸੁਣਿਆ ਨਾ ਬਾਬਾ ਮੋਹਨ ਜੀ ਹੈ ਤੇ ਮਾਮਾ ਜੀ ਨੇ,
ਪਰ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਸਿਰ ਰੱਖ ਰੱਖ ਕੇ ਮਾਫੀਆਂ ਮੰਗਦੇ ਨੇ ਜੀ। ਕਿੰਨੀ ਨਿਮਰਤਾ ਉਹਨਾਂ ਨੇ ਵਿਖਾਈ, ਗੱਜ ਕੇ ਆਖੋ ਵਾਹਿਗੁਰੂ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਬਾਬਾ ਮੋਹਰੀ ਜੀ ਆਪਣੇ ਘਰ 'ਚ ਲੈ ਗਏ ਹੈ। ਬਹੁਤ ਸਿੱਖ ਮਹਾਰਾਜ ਜੀ ਦੇ ਨਾਲ ਹਨ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਹੋਰ ਭਾਈ ਪਾਰੋ ਜੀ, ਜੈਸ ਵਾਹਿਗੁਰੂ, ਹੋਰ ਗੁਰੂ ਕੇ ਸਿੱਖ ਪਿਆਰੇ ਜਿਹੜੇ ਹੈ ਉਹ ਮਹਾਰਾਜ ਜੀ ਦੇ ਨਾਲ ਹਨ। ਗੁਰੂ ਸਾਹਿਬ ਜੀ ਦੇ ਨਾਲ ਬਾਬਾ ਮੋਹਰੀ ਜੀ ਦੇ ਘਰ ਗਏ ਆ। ਮਾਤਾ ਜੀ ਜਦੋਂ ਬਾਬਾ ਮੋਹਰੀ ਜੀ ਦੇ ਘਰ ਦੇ ਬਹੁਤਾ ਹੀ ਬੈਰਾਗ ਕਰਨ ਲੱਗੇ ਨਾ, ਫਿਰ ਬਾਬਾ ਮੋਹਰੀ ਜੀ ਨੇ ਉਹਨਾਂ ਨੂੰ ਸਮਝਾਇਆ, ਭਗਵਾਨੇ ਇੰਨਾ ਬੈਰਾਗ ਨਾ ਕਰ, ਅੱਜ ਰਹਿਮਤਾਂ ਦੇ ਸਾਈਂ ਸਾਡੇ ਘਰ ਆਏ ਨੇ, ਅਸੀਂ ਦਰਸ਼ਨ ਕਰੀਏ ਤੇ ਸੇਵਾ ਕਰੀਏ ਮਹਾਰਾਜ ਜੀ ਦੀ ਜੀ। ਚਲੋ ਪਿਆਰ ਵਾਲਿਆਂ ਨੂੰ ਬੈਰਾਗ ਆ ਵੀ ਜਾਂਦਾ ਹੈ, ਬੈਰਾਗ ਵਿੱਚ ਉਹਨੂੰ ਫਿਰ ਸੁਰਤ ਨਹੀਂ ਰਹਿੰਦੀ। ਗੁਰੂ ਸਾਹਿਬ ਕਹਿਣ ਲੱਗੇ ਘਰ ਆਏ ਨੇ, ਆਪਾਂ ਗੁਰੂ ਜੀ ਦੀ ਸੇਵਾ ਕਰੀਏ, ਗੁਰੂ ਜੀ ਦੇ ਦਰਸ਼ਨ ਕਰੀਏ, ਗੁਰੂ ਜੀ ਦੇ ਮੁਖੋਂ ਬਚਨ ਸੁਣੀਏ ਜੀ। ਸੋ ਹੁਣ ਅੱਗੋਂ ਆਪਾਂ ਕਥਾ ਸਰਵਣ ਕਰੀਏ ਪਿਆਰ ਦੇ ਨਾਲ। ਸਾਰੀ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਚੌਪਈ। ਧਰ ਧੀਰਜ ਸਭ ਬੈਠੇ ਪਾਸ। ਧੀਰਜ ਧਾਰ ਕੇ ਬਾਬਾ ਮੋਹਰੀ ਜੀ, ਬਾਬਾ ਮੋਹਰੀ ਜੀ ਦੇ ਘਰ ਦੇ, ਬਾਬਾ ਮੋਹਰੀ ਜੀ ਦੇ ਪੁੱਤਰ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਾਗੇ ਬੈਠ ਗਏ ਜੀ। ਹਾਂਜੀ। ਬਹੁ ਬਿਦ ਕੋ ਕੀਏ ਬਾਕ ਬਿਲਾਸ। ਬਹੁਤ ਪ੍ਰਕਾਰ ਨਾਲ ਬਚਨ ਬਿਲਾਸ ਹੋਏ ਜੀ। ਖੁਸ਼ੀ ਦੇ ਵੀ ਹੋਏ ਜੀ, ਪੁਰਾਤਨ ਬਚਨ ਵੀ ਹੋਏ ਜੀ। ਹਾਂਜੀ। ਨੰਦ ਮੋਹਰੀ ਕੋ ਜੋ ਆਨੰਦ। ਤੇ ਬਾਬਾ ਮੋਹਰੀ ਜੀ ਦਾ ਪੁੱਤਰ ਵੀ ਲਾਗੇ ਬੈਠਾ ਹੈ ਜੀ। ਹਾਂਜੀ। ਬਾਬਾ ਮੋਹਰੀ ਜੀ ਦੇ ਪੁੱਤਰ ਦਾ ਕੀ ਨਾਮ ਹੈ? ਆਨੰਦ। ਹਾਂਜੀ। ਆਏ ਕਰੀ ਬੰਧਨ ਕਰ ਬੰਦ। ਭਾਈ ਆਨੰਦ ਜੀ ਨੇ ਵੀ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਨਮਸਕਾਰ ਕੀਤੀ ਹੈ ਜੀ। ਰਿਸ਼ਤੇਦਾਰੀ ਵਿੱਚ ਨਾ ਜੀ ਇਹ ਭਰਾ ਹੀ ਲੱਗਦੇ ਮਹਾਰਾਜ ਦੇ ਜੀ। ਹਾਂਜੀ। ਸ੍ਰੀ ਗੁਰ ਅਰਜਨ ਬਹੁ ਸਤਕਾਰਾ। ਮਹਾਰਾਜ ਸ੍ਰੀ ਗੁਰੂ ਅਰਜਨ ਸਾਹਿਬ ਸਭਨਾਂ ਦਾ ਸਤਿਕਾਰ ਕਰਨ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਆਨੰਦ ਜੀ ਦਾ ਸਤਿਕਾਰ ਕੀਤਾ ਜੀ। ਹਾਂਜੀ। ਪਾਸ ਬਿਠਾਇਓ ਆਨੰਦ ਧਾਰਾ। ਬਾਬਾ ਆਨੰਦ ਜੀ ਨੂੰ ਆਪਣੇ ਪਾਸ ਬਿਠਾਇਆ ਜੀ। ਤੁਸੀਂ ਸੁਣੀ ਸੀ ਨਾ ਕਥਾ, ਜਦੋਂ ਬਾਬਾ ਆਨੰਦ ਜੀ ਦਾ ਜਨਮ ਹੋਇਆ ਸੀ, ਗੁਰੂ ਅਮਰਦਾਸ ਜੀ ਨੇ ਬਾਣੀ ਉਚਾਰੀ ਸੀ, ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਇਹ ਬਾਣੀ ਮਹਾਰਾਜ ਨੇ ਉਦੋਂ ਉਚਾਰੀ ਸੀ। ਬਾਬਾ ਆਨੰਦ ਜੀ ਸਾਧੂ ਬਿਰਤੀ ਦੇ ਮਾਲਕ ਨੇ, ਪਿਛਲੇ ਜਨਮਾਂ ਦਾ ਜਪ ਤਪ ਹੈ। ਬਾਬਾ ਆਨੰਦ ਜੀ ਨੂੰ ਮਹਾਰਾਜ ਨੇ ਆਪਣੇ ਲਾਗੇ ਬਿਠਾਇਆ ਜੀ। ਹਾਂਜੀ। ਅਤ ਹਰਖਤ ਚਿਤ ਸਭ ਪਰਿਵਾਰੂ। ਤੇ ਗੱਜ ਕੇ ਆਖੋ ਵਾਹਿਗੁਰੂ। ਸਾਰਾ ਪਰਿਵਾਰ ਹੀ ਬੜੇ ਖੁਸ਼ ਨੇ ਜੀ। ਗੋਇੰਦਵਾਲ ਸਾਹਿਬ ਵਿੱਚ ਗੁਰੂ ਅਮਰਦਾਸ ਜੀ ਦਾ ਇਹ ਪਰਿਵਾਰ ਹੈ। ਖੁਸ਼ ਕਿਉਂ ਨੇ? ਅੱਜ ਰਹਿਮਤਾਂ ਦੇ ਸਾਈਂ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਘਰ ਆਏ ਹੋਏ ਨੇ ਜੀ। ਹਾਂਜੀ। ਕਰਵਾਵਤ ਭੇ ਤਿਆਰ ਆਹਾਰੂ। ਬਾਬਾ ਮੋਹਰੀ ਜੀ ਨੇ ਪ੍ਰਸ਼ਾਦਾ ਤਿਆਰ ਕਰਵਾਇਆ ਜੀ। ਫਿਰ ਜੀ ਪ੍ਰਸ਼ਾਦਾ ਤਿਆਰ ਕਰਵਾਇਆ। ਸਾਦਰ ਚੌਂਕੀ ਚਾਰ ਡਸਾਈ। ਬਹੁਤ ਸੋਹਣੀ ਇੱਕ ਚੌਂਕੀ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਡਾਈ ਗਈ ਜੀ। ਹਾਂਜੀ। ਤਿਸ ਪਰ ਸਤਿਗੁਰ ਦੀਨ ਬਿਠਾਈ। ਉਹਦੇ ਉੱਤੇ ਮਹਾਰਾਜ ਜੀ ਨੂੰ ਬਿਠਾਇਆ ਗਿਆ ਜੀ ਪ੍ਰਸ਼ਾਦੇ ਵਾਸਤੇ। ਹਾਂਜੀ। ਨਾਨਾ ਰਸ ਕੇ ਭੋਜਨ ਪਾਏ। ਫਿਰ ਕਈ ਰਸਾਂ ਦਾ ਪ੍ਰਸ਼ਾਦਾ ਸਤਿਗੁਰੂ ਜੀ ਵਾਸਤੇ ਬਾਬਾ ਮੋਹਰੀ ਜੀ ਨੇ ਬਹੁਤੇ ਪ੍ਰੇਮ ਨਾਲ ਤਿਆਰ ਕਰਵਾਇਆ। ਸੰਗਤ ਜੀ ਮੁੱਖ ਦੀ ਗੱਲ ਤੇ ਪ੍ਰੇਮ ਤੇ ਹੈ। ਗੱਜ ਕੇ ਆਖੋ ਵਾਹਿਗੁਰੂ। ਪਦਾਰਥ ਤੇ ਬਹੁਤ ਹੋਣ ਪਰ ਪ੍ਰੇਮ ਨਾ ਹਿਰਦੇ ਚ ਹੋਵੇ, ਸਭ ਵਿਅਰਥ ਹੀ ਲੱਗਦਾ ਹੈ ਜੀ। ਬਾਬਾ ਮੋਹਰੀ ਜੀ ਦੇ ਮਨ ਚ ਬਹੁਤਾ ਹੀ ਪ੍ਰੇਮ ਹੈ। ਬਾਬਾ ਮੋਹਰੀ ਜੀ ਉਮਰ ਵਿੱਚ ਵੀ ਵੱਡੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ। ਪ੍ਰਸ਼ਾਦਾ ਤਿਆਰ ਕਰਵਾਇਆ, ਕਈ ਤਰ੍ਹਾਂ ਦੇ ਪਦਾਰਥ ਤਿਆਰ ਕਰਵਾਏ ਜੀ। ਹਾਂਜੀ। ਥਾਲ ਵਿਸਾਲ ਧਰਿਓ ਅਗਵਾਏ। ਫਿਰ ਉਹ ਇੱਕ ਵੱਡੇ ਥਾਲ ਵਿੱਚ ਨਾ ਜੀ ਸਭ ਕੁਝ ਸਜਾ ਸਜਾ ਕੇ ਮਹਾਰਾਜ ਜੀ ਦੇ ਅੱਗੇ ਰੱਖਿਆ ਜੀ। ਸਬਜ਼ੀ ਰੱਖੀ ਹੈ, ਸਲਾਦ ਰੱਖਿਆ, ਬੜਾ ਕੁਝ ਰੱਖਿਆ ਜੀ। ਹਾਂਜੀ। ਬਾਨੀ ਮధుਰ ਮੋਹਰੀ ਕਹਾ। ਤੇ ਫਿਰ
ਥਾਲ ਅੱਗੇ ਰੱਖ ਕੇ ਬਾਬਾ ਮੋਹਰੀ ਜੀ ਹੱਥ ਜੋੜ ਕੇ ਬਹੁਤ ਮਿੱਠੇ ਬੋਲਾਂ ਵਿੱਚ ਮਹਾਰਾਜ ਨੂੰ ਬੇਨਤੀ ਕਰਦੇ ਆ। ਹਾਂਜੀ, ਅਸਨ ਅਚਾਵਤ ਦਰਸ਼ਨ ਲਹੈ। ਮਹਾਰਾਜ ਕਿਰਪਾ ਕਰੋ, ਆਪ ਜੀ ਭੋਜਨ ਛਕੋ। ਮਹਾਰਾਜ ਕਹਿਣ ਲੱਗੇ ਬਾਬਾ ਜੀ ਆਪ ਜੀ ਵੀ ਛਕੋ। ਤੇ ਬਾਬਾ ਮੋਹਰੀ ਜੀ ਕਹਿੰਦੇ ਮਹਾਰਾਜ ਆਪ ਪ੍ਰਸ਼ਾਦਾ ਛਕੋ, ਮੈਂ ਆਪ ਜੀ ਦੇ ਛਕਦਿਆਂ ਦੇ ਦਰਸ਼ਨ ਕਰ ਕਰ ਹੀ ਨਿਹਾਲ ਹੋ ਰਿਹਾ। ਕਹਿਣ ਲੱਗੇ ਮਹਾਰਾਜ ਕਿਰਪਾ ਕਰੋ, ਪਿਆਰ ਦੀ ਗੱਲ ਹੈ ਨਾ ਜੀ। ਬਾਬਾ ਮੋਹਰੀ ਜੀ ਸਾਹਮਣੇ ਬੈਠੇ ਦਰਸ਼ਨ ਕਰਦੇ ਐ। ਸਮਰੱਥ ਗੁਰੂ ਆਪ ਰੱਬ ਪਰਮੇਸ਼ਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਪ੍ਰਸ਼ਾਦਾ ਛਕ ਰਹੇ ਨੇ ਜੀ। ਹਾਂਜੀ, ਸਕਲ ਕੁਟੰਬ ਅਚਿਓ ਮਿਲ ਫੇਰੀ। ਸਭ ਪਰਿਵਾਰ ਨੇ ਮਿਲ ਕੇ, ਸਿੱਖਾਂ ਨੇ ਮਿਲ ਕੇ, ਸਭਨਾਂ ਨੇ ਮਿਲ ਕੇ ਫਿਰ ਪ੍ਰਸ਼ਾਦਾ ਛਕਿਆ ਜੀ। ਹਾਂਜੀ, ਰਾਤਰ ਬਿਖੈ ਸੁੱਠ ਸੇਜ ਬਡੇਰੀ। ਤੇ ਫਿਰ ਬੇਨਤੀ ਕੀਤੀ ਮਹਾਰਾਜ ਰਾਤ ਇੱਥੇ ਹੀ ਰਹੋ। ਗੱਜ ਕੇ ਆਖੋ ਵਾਹਿਗੁਰੂ। ਵੇਖੋ ਉਹ ਘਰ ਹੀ ਹੈ ਜੀ, ਉੱਥੇ ਹੀ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੀ ਆਮਦ ਹੋਈ ਹੈ, ਉਸੇ ਘਰ 'ਚ ਹੀ ਹੋਈ ਹੈ ਜੀ। ਮਹਾਰਾਜ ਇਹ ਤੁਹਾਡਾ ਹੀ ਘਰ ਹੈ, ਇੱਥੇ ਰਾਤ ਰਹੋ। ਫਿਰ ਮਹਾਰਾਜ ਗਰੀਬ ਨਵਾਜ ਜੀ ਕਹਿਣ ਲੱਗੇ ਭਾਈ ਠੀਕ ਹੈ। ਬਾਬਾ ਮੋਹਰੀ ਜੀ ਹੱਥੀਂ ਸੇਵਾ ਕਰ ਰਹੇ ਜੀ ਸਾਰੀ ਜੀ। ਮੇਰੇ ਵੱਡੇ ਭਾਗ ਅੱਜ ਸਤਿਗੁਰੂ ਘਰ 'ਚ ਆਏ ਨੇ ਜੀ। ਬਹੁਤ ਪ੍ਰੇਮ ਨਾਲ ਆਪ ਵਿਛਾਈ ਕੀਤੀ ਸਤਿਗੁਰੂ ਜੀ ਦੇ ਵਾਸਤੇ ਜੀ। ਹਾਂਜੀ, ਸੁਪਤ ਹੇਤ ਸ੍ਰੀ ਗੁਰ ਕੋ ਦਈ। ਆਰਾਮ ਵਾਸਤੇ ਨਾ ਜੀ ਆਪ ਵਿਛਾਈ ਤਿਆਰ ਕਰਕੇ ਮਹਾਰਾਜ ਜੀ ਨੂੰ ਦਿੱਤੀ ਹੈ। ਹਾਂਜੀ, ਇਮ ਸੁਖ ਸੋ ਪ੍ਰਾਤੀ ਪੁਨ ਭਈ। ਇਸ ਤਰੀਕੇ ਨਾਲ ਰਾਤ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ 'ਚ ਸਫਲੀ ਕੀਤੀ ਜੀ। ਗੁਰੂ ਸਾਹਿਬ ਦਾ ਕੀ ਸੌਣਾ ਜੀ, ਸਤਿਗੁਰ ਜਾਗਤਾ ਹੈ ਦਿਓ। ਮਹਾਰਾਜ ਤੇ ਸਦਾ ਹੀ ਜਾਗਦੇ ਆ, ਪਰ ਸਰੀਰ ਨੇ ਆਰਾਮ ਕੀਤਾ। ਫਿਰ ਦਿਨ ਚੜਿਆ ਸਾਧ ਸੰਗਤ ਜੀ, ਅੰਮ੍ਰਿਤ ਵੇਲਾ ਹੋਇਆ। ਜਾਏ ਬਾਵਲੀ ਕੀ ਨਿਸ਼ਨਾਨਾ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਗੋਇੰਦਵਾਲ ਸਾਹਿਬ ਜਦੋਂ ਆਏ, ਆਉਂਦਿਆਂ ਹੀ ਬੌਲੀ ਸਾਹਿਬ 'ਚ ਇਸ਼ਨਾਨ ਕੀਤਾ ਸੀ। ਹਾਂਜੀ, ਤੇ ਹੁਣ ਅੰਮ੍ਰਿਤ ਵੇਲਾ ਹੋਇਆ, ਮਹਾਰਾਜ ਨੇ ਫਿਰ ਬੌਲੀ ਸਾਹਿਬ 'ਚ ਜਾ ਕੇ ਇਸ਼ਨਾਨ ਕੀਤਾ ਜੀ। ਹਾਂਜੀ, ਪਾਠ ਜਪਜੀ ਸ਼੍ਰੀ ਨਾਨਕ ਧਿਆਨਾ। ਵੇਖ ਲੋ, ਜਦੋਂ ਜਪਜੀ ਸਾਹਿਬ ਦਾ ਪਾਠ ਕਰਨਾ ਪਿਆਰਿਓ, ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਾਰਨਾ ਜੀ। ਗੁਰੂ ਸਾਹਿਬ ਸਿਖਾ ਰਹੇ ਜੀ। ਭਾਈ ਗੋਪਾਲਾ ਜੀ ਦੀ ਸਾਖੀ ਤੁਸੀਂ ਬੜੀ ਵਾਰੀ ਸੁਣੀ ਹੈ। ਭਾਈ ਗੋਪਾਲਾ ਜੀ ਨੇ ਸ੍ਰੀ ਜਪਜੀ ਸਾਹਿਬ ਸੁਣਾਇਆ, ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕੀਤੀ ਜੀ। ਮਹਾਰਾਜ ਉੱਥੇ ਬੌਲੀ ਸਾਹਿਬ ਹੀ ਬੈਠ ਗਏ ਨੇ। ਇਸ਼ਨਾਨ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਰ ਕੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ। ਲੀਨ ਮੋਹਰੀ ਆਪਣੇ ਸਾਥ ਗਮਨੇ ਸ਼੍ਰੀ ਗੁਰ ਅਰਜਨ ਨਾਥ। ਮਹਾਰਾਜ ਬਾਬਾ ਮੋਹਰੀ ਜੀ ਨੂੰ ਨਾਲ ਲਿਆ, ਬਾਬਾ ਆਨੰਦ ਜੀ ਨਾਲ ਹਨ, ਤੇ ਹੋਰ ਭੱਲੇ ਖਾਨਦਾਨ ਦੇ ਲੋਕ ਨਾਲ ਹਨ, ਮਹਾਰਾਜ ਜੀ ਦੇ ਪ੍ਰੇਮੀ ਸਿੱਖ ਨਾਲ ਹਨ। ਮਹਾਰਾਜ ਪਾਠ ਕਰਕੇ ਨਾ ਉੱਥੋਂ ਤੁਰ ਪਏ ਜੀ। ਹੁਣ ਧਿਆਨ ਨਾ ਸੁਣਿਓ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤੁਰ ਕੇ ਕਿਹੜੇ ਪਾਸੇ ਗਏ ਨੇ ਜੀ। ਹਾਂਜੀ, ਅਪਰ ਲੋਕ ਗਨ ਸੰਗ ਸਿਧਾਏ। ਹੋਰ ਬੇਅੰਤ ਸਿੱਖ ਮਹਾਰਾਜ ਜੀ ਦੇ ਨਾਲ ਚੱਲ ਪਏ ਜੀ। ਹਾਂਜੀ, ਪਾਸ ਬਿਪਾਸਾ ਪਿਕ ਹਰ ਖਾਏ। ਮਹਾਰਾਜ ਦਰਿਆ ਵਾਲੇ ਪਾਸੇ ਚਲੇ ਗਏ ਜੀ। ਹੁਣ ਤੇ ਦੱਸਦੇ ਆ ਗੁਰਮੁਖ ਪ੍ਰੇਮੀ, ਕਹਿੰਦੇ ਜੀ ਦਰਿਆ ਬਦਲ ਗਿਆ, ਅੱਗੇ ਚਲੇ ਗਿਆ। ਪਹਿਲਾਂ ਬਿਲਕੁਲ ਨਾਲ ਹੀ ਸੀਗਾ ਦਰਿਆ ਜੀ, ਬਿਲਕੁਲ ਨਾਲ ਦਰਿਆ ਸੀਗਾ ਜੀ। ਅੱਜ ਤੋਂ 60-70 ਸਾਲ ਪਹਿਲਾਂ ਜਿਨ੍ਹਾਂ ਗੁਰਮੁਖਾਂ ਨੇ ਦਰਸ਼ਨ ਕੀਤੇ, ਸਰੀਰ ਕਰਕੇ ਹਨ, ਬਜ਼ੁਰਗ ਨੇ, ਉਹ ਵੀ ਦੱਸਦੇ ਹੈ ਵੀ ਦਰਿਆ ਲਾਗੋਂ ਹੀ ਲੰਘਦਾ ਹੁੰਦਾ ਸੀਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਸੇਵਕਾਂ ਦੇ ਨਾਲ ਹਨ, ਮਹਾਰਾਜ ਦਰਿਆ ਵਾਲੇ ਪਾਸੇ ਗਏ ਜੀ। ਹਾਂਜੀ, ਸੁੰਦਰ ਹੈ ਪ੍ਰਵਾਹ ਜਿਸ ਕੇਰੇ। ਬਹੁਤ ਸੋਹਣਾ ਦਰਿਆ ਜਿਹੜਾ ਵਗ ਰਿਹਾ ਜੀ। ਹਾਂਜੀ, ਨਾਦਤ ਖੱਗ ਚਕਵਾਦ ਕਨੇਰੇ। ਤੇ ਅਜੇ ਅੰਮ੍ਰਿਤ ਵੇਲੇ ਦਾ ਹੀ ਸਮਾਂ ਜੀ, ਥੋੜੀ ਥੋੜੀ ਲੋ ਹੋ ਗਈ ਹੈ। ਤੇ ਤੁਹਾਨੂੰ ਪਤਾ ਹੈ ਚਿੜੀ ਚੌਕੀ ਪੌ ਫੁੱਟੀ ਵਗਣ
ਬਹੁਤ ਤਰੰਗ। ਚਿੜੀਆਂ ਚਹਿਕ ਰਹੀਆਂ ਹਨ, ਪੰਛੀ ਇਸ਼ਨਾਨ ਕਰ ਰਹੇ ਨੇ। ਹਾਂਜੀ। ਦਊ ਦੁਹੇਰੇ ਦੇਖਨ ਕਰੇ। ਦੋ ਦੇਹਰੇ ਦੇਖਣ ਕਰੇ। ਕੱਜ ਕੇ ਆਖੋ ਵਾਹਿਗੁਰੂ। ਤੇ ਸ੍ਰੀ ਗੁਰੂ ਅਰਜਨ ਸਾਹਿਬ ਫਿਰ ਪਤਾ ਕਿੱਥੇ ਗਏ ਜੀ? ਜਿੱਥੇ ਧੰਨ ਗੁਰੂ ਰਾਮਦਾਸ ਜੀ ਤੇ ਮਾਤਾ ਜੀ ਸਤਿਕਾਰਯੋਗ ਬੀਬੀ ਭਾਨੀ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ ਸੀਗਾ ਜੀ। ਮਹਾਰਾਜ ਉਹਨਾਂ ਅਸਥਾਨਾਂ ਦੇ ਦਰਸ਼ਨ ਕਰਨ ਜਾ ਰਹੇ ਨੇ। ਹੁਣ ਤੇ ਸੰਗਤ ਜੀ ਉਹ ਅਸਥਾਨ ਜਿਹੜੇ ਆ ਦਰਿਆ ਦੇ ਵਿੱਚ ਹੀ ਆ ਗਏ ਨੇ। ਹੁਣ ਉਹ ਅਸਥਾਨ ਨਹੀਂ ਲੱਭਦੇ ਜੀ। ਹਾਂਜੀ। ਕਮਲ ਕਲੀ ਸਮ ਸੁੰਦਰ ਖਰੇ। ਜਿਹੜੇ ਬਹੁਤ ਵਧੀਆ ਸਨ ਜੀ, ਖਿੜੇ ਹੋਏ ਅਸਥਾਨ ਸਨ ਜੀ। ਉਹਨਾਂ ਜਗ੍ਹਾਵਾਂ ਤੇ ਉਹਨਾਂ ਅਸਥਾਨਾਂ ਤੇ ਬਹੁਤ ਟਿਕਾਓ ਸੀਗਾ ਜੀ। ਹਾਂਜੀ। ਪਿਖੇ ਦੂਰ ਤੇ ਉਜਲ ਐਸੇ। ਹਾਂਜੀ। ਭਾਦੋ ਮਾਸ ਖੂੰਬ ਜੁਗ ਜੈਸੇ। ਮਹਾਰਾਜ ਨੇ ਪਹਿਲਾਂ ਦੂਰੋਂ ਹੀ ਵੇਖਿਆ ਜੀ। ਕਹਿੰਦੇ ਜਿਵੇਂ ਭਾਦਰੋਂ ਦੇ ਮਹੀਨੇ ਵਿੱਚ ਖੁੰਬਾਂ ਨਹੀਂ ਉੱਗਦੀਆਂ ਜੀ, ਨਜ਼ਰ ਆਉਂਦੀਆਂ। ਗੱਜ ਕੇ ਆਖੋ ਵਾਹਿਗੁਰੂ। ਬਸ ਉਵੇਂ ਹੀ ਫਿਰ ਦੋ ਅਸਥਾਨਾਂ ਦੇ ਦਰਸ਼ਨ ਕੀਤੇ ਮਹਾਰਾਜ ਨੇ ਜੀ ਦੂਰੋਂ। ਹਾਂਜੀ। ਜਨਨੀ ਪਿਤ ਅਰ ਪਿਤ ਨਿਜ ਜੋ। ਮਹਾਰਾਜ ਉਹਨਾਂ ਸਥਾਨਾਂ ਵੱਲ ਤੁਰੇ ਜਾ ਰਹੇ ਨੇ ਜੀ। ਸ੍ਰੀ ਗੁਰੂ ਅਰਜਨ ਸਾਹਿਬ। ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਤੇ ਜਦੋਂ ਮਹਾਰਾਜ ਤੁਰੇ ਜਾ ਰਹੇ ਆ ਨਾ, ਤੇ ਮਹਾਰਾਜ ਆਪਣੇ ਪਿਤਾ ਜੀ ਨੂੰ ਯਾਦ ਕਰਨ ਦੇ। ਸਾਡੇ ਪਿਤਾ ਜੀ ਸਾਡੇ ਨਾਲ ਕਿਵੇਂ ਪ੍ਰੇਮ ਕਰਦੇ ਹੁੰਦੇ ਸੀਗੇ ਜੀ। ਸਾਡੇ ਮਾਤਾ ਜੀ ਕਿਵੇਂ ਸਾਡੇ ਨਾਲ ਪ੍ਰੇਮ ਕਰਦੇ ਨੇ। ਉਹ ਸਾਰਾ ਬਚਨ ਮਹਾਰਾਜ ਜੀ ਨੂੰ ਤੁਰਦਿਆਂ ਤੁਰਦਿਆਂ ਚੇਤੇ ਆ ਰਹੇ ਨੇ। ਨੇਤਰ ਭਰਿਓ ਜਲ ਸਿਮਰੇ ਦੋ। ਪਿਆਰਿਓ, ਮਾਤਾ ਪਿਤਾ ਜੀ ਨੂੰ ਚੇਤਾ ਕਰਕੇ, ਭਾਵ ਗੁਰੂ ਰਾਮਦਾਸ ਜੀ ਨੂੰ ਚੇਤਾ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨੇਤਰਾਂ 'ਚ ਜਲ ਭਰ ਆਇਆ ਹੈ ਜੀ। ਨਾਲ ਮਹਾਰਾਜ ਤੁਰੇ ਜਾ ਰਹੇ ਹਨ, ਨਾਲ ਨਾਲ ਮਹਾਰਾਜ ਨੇਤਰ ਪੂੰਝ ਰਹੇ ਨੇ ਜੀ। ਹਾਂਜੀ। ਭਰੇ ਪ੍ਰੇਮ ਪੁਲਕਾਵਨ ਹੋਈ। ਹਾਂਜੀ। ਗਏ ਸਮੀਪ ਸੰਗ ਸਭ ਕੋਈ। ਸਾਰੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਨਾਲ ਜਾ ਰਹੇ ਆ। ਜਿਉਂ-ਜਿਉਂ ਮਹਾਰਾਜ ਕਦਮ ਵਧਾ ਰਹੇ ਨੇ ਨਾ, ਤਿਉਂ-ਤਿਉਂ ਪ੍ਰੇਮ ਵਧੀ ਜਾ ਰਿਹਾ। ਪ੍ਰੇਮ ਵਧੀ ਜਾ ਰਿਹਾ। ਸਾਧ ਸੰਗਤ ਜੀ, ਇਹ ਪ੍ਰੇਮੀਆਂ ਦੀ ਖੇਡ ਹੁੰਦੀ ਹੈ। ਜਿਉਂ-ਜਿਉਂ ਮਹਾਰਾਜ ਜੀ ਦੇ ਲਾਗੇ ਆਉਣਾ, ਮੰਨ ਲਓ ਸ੍ਰੀ ਅਨੰਦਪੁਰ ਸਾਹਿਬ ਦਰਸ਼ਨਾਂ ਲਈ ਜਾ ਰਹੇ ਆ, ਜਿਉਂ-ਜਿਉਂ ਮਹਾਰਾਜ ਜੀ ਦਾ ਸਥਾਨ ਨੇੜੇ ਆ ਰਿਹਾ, ਤਿਉਂ-ਤਿਉਂ ਪ੍ਰੇਮੀਆਂ ਦੇ ਅੰਦਰ ਪ੍ਰੇਮ ਵੱਧਦਾ ਜਾ ਰਿਹਾ ਹੈ, ਵੱਧਦਾ ਜਾ ਰਿਹਾ ਹੈ। ਪ੍ਰੇਮ ਦੀ ਖੇਡ ਹੈ ਸਾਰੀ। ਹਾਂਜੀ। ਪੂਰਬ ਸ੍ਰੀ ਗੁਰ ਅਮਰ ਸਥਾਨੀ। ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦੇ ਅਸਥਾਨ ਤੇ ਗਏ ਜੀ। ਮਾਤਾ ਜੀ ਦੇ ਅਸਥਾਨ ਤੇ, ਪਿਤਾ ਜੀ ਦੇ ਅਸਥਾਨ ਤੋਂ ਪਹਿਲਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਸ ਜਗ੍ਹਾ ਸੰਸਕਾਰ ਹੋਇਆ, ਉਸ ਜਗ੍ਹਾ ਗਏ ਨੇ ਜੀ। ਹਾਂਜੀ। ਬੰਧਨ ਕੀਨ ਜੋਗ ਬੰਧਨ ਕੀਨ ਜੋਰ ਜੁਗ ਪਾਨੀ। ਤੇ ਮਹਾਰਾਜ ਨੇ ਦੋਵੇਂ ਹੱਥ ਜੋੜ ਕੇ ਸਿਰ ਨਿਵਾ ਕੇ ਧੰਨ ਗੁਰੂ ਅਮਰਦਾਸ ਜੀ ਦੇ ਉਸ ਅਸਥਾਨ ਤੇ ਸਿਰ ਨਿਵਾਇਆ ਹੈ ਜੀ। ਬੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ। ਹਾਂਜੀ। ਬਹੁਰ ਪ੍ਰਕਰਮਾ ਦੀਨਸ ਫਿਰ ਕੈ। ਤੇ ਫਿਰ ਤੁਸੀਂ ਸੁਣਿਆ ਨਾ ਜੀ, ਕੱਲ ਵੀ ਬੇਨਤੀ ਕੀਤੀ ਸੀ, ਅੱਜ ਫਿਰ ਬੇਨਤੀ ਕਰਨ ਲੱਗਾ। ਫਿਰ ਮਹਾਰਾਜ ਨੇ ਪਰਿਕਰਮਾ ਕੀਤੀਆਂ ਜੀ ਉਸ ਸਥਾਨ ਦੀਆਂ ਜੀ। ਹਾਂਜੀ। ਮਸਤਕ ਧੂਲ ਲਗਾਵਨ ਕਰਕੇ। ਤੇ ਪਤਾ ਮਹਾਰਾਜ ਨੇ ਕੀ ਕੀਤਾ ਜੀ? ਉਸ ਜਗ੍ਹਾ ਦੀ ਧੂੜੀ ਨੂੰ ਆਪਣੇ ਮੱਥੇ ਤੇ ਲਾਇਆ ਹੈ ਜੀ। ਕਿੰਨਾ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਸਤਿਕਾਰ ਕਰਦੇ ਜੀ ਉਸ ਸਥਾਨ ਦਾ। ਇੱਕ ਇਹ ਆਮ ਵਿਅਕਤੀ ਨੇ ਨਹੀਂ ਉੱਥੋਂ ਦੀ ਧੂੜ ਮੱਥੇ ਤੇ ਲਾਈ, ਖੁਦ ਗੁਰੂ ਨੇ ਮੱਥੇ ਤੇ ਲਾਈ ਹੈ ਜੀ। ਹਾਂਜੀ। ਬੈਠੇ ਪੁਨਹਿ ਕਰਾਹੁ ਮੰਗਾਇਓ। ਫਿਰ ਮਹਾਰਾਜ ਉੱਥੇ ਬੈਠ ਗਏ ਜੀ ਕੁਝ ਸਮਾਂ ਜੀ। ਬੈਠ ਕੇ ਮਹਾਰਾਜ ਪ੍ਰੇਮੀ ਸਿੱਖਾਂ ਨੂੰ ਕਹਿਣ ਲੱਗੇ, ਭਾਈ ਕੜਾਹ ਪ੍ਰਸ਼ਾਦ ਬਣਾਓ। ਕਹਿਣ ਲੱਗੇ। ਉਸੇ ਵੇਲੇ ਹੀ ਬਾਲਣ ਲਿਆਂਦਾ ਜੀ, ਕੜਾਹੀ ਧਰੀ ਜੀ ਉੱਥੇ ਜੀ, ਕੜਾਹ ਪ੍ਰਸ਼ਾਦ ਬਣਾਇਆ ਜੀ ਉੱਥੇ ਜੀ। ਹਾਂਜੀ।
ਕਰ ਅਰਦਾਸ ਤਹਾਂ ਵਰਤਾਇਓ। ਉੱਥੇ ਫਿਰ ਅਰਦਾਸ ਕੀਤੀ ਜੀ ਮਹਾਰਾਜ ਨੇ, ਅਰਦਾਸ ਕੀਤੀ, ਖੁਦ ਗੁਰੂ ਸਾਹਿਬ ਨੇ ਖਲੋ ਕੇ ਅਰਦਾਸ ਕੀਤੀ। ਅਰਦਾਸ ਤੋਂ ਬਾਅਦ ਕੜਾਹ ਪ੍ਰਸ਼ਾਦ ਵਰਤਵਾਇਆ ਮਹਾਰਾਜ ਨੇ। ਹਾਂਜੀ। ਨਿਕਟ ਦੇਖ ਸੁੰਦਰ ਕੋ ਕਹਿਓ। ਹਾਂਜੀ। ਹੇ ਸ਼ੁਭ ਮਤ ਤੁਮ ਸਭ ਕਿਛ ਲਹਿਓ। ਉੱਥੇ ਨਾ ਜੀ ਬਾਬਾ ਸੁੰਦਰ ਜੀ ਮਹਾਰਾਜ ਦੇ ਪੋਤਰੇ ਉਹ ਵੀ ਖਲੋਤੇ ਹੋਏ ਹਨ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਬਾਬਾ ਸੁੰਦਰ ਜੀ ਨੂੰ, ਬਾਬਾ ਸੁੰਦਰ ਜੀ ਤੁਸੀਂ ਉਸ ਸਮੇਂ ਕੋਲ ਮੌਜੂਦ ਸੀਗੇ। ਕਹਿਣ ਲੱਗੇ ਉਮਰ 'ਚ ਵੱਡੇ ਸਨ ਨਾ ਬਾਬਾ ਸੁੰਦਰ ਜੀ ਉਸ ਸਮੇਂ। ਕਿਸ ਸਮੇਂ ਭਲਾ? ਜਦੋਂ ਗੁਰੂ ਅਮਰਦਾਸ ਜੀ ਨੇ ਸਰੀਰ ਤਿਆਗਿਆ ਸੀਗਾ ਜੀ। ਹਾਂਜੀ। ਸ਼੍ਰੀ ਗੁਰ ਅਮਰਦਾਸ ਜਿਸ ਭਾਂਤੀ। ਹਾਂਜੀ। ਗੁਰਤਾ ਤਿਲਕ ਦੀਨ ਸੁਖ ਸ਼ਾਂਤੀ। ਜਿਸ ਤਰੀਕੇ ਨਾਲ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਦਾ ਤਿਲਕ ਅੱਗੋਂ ਸਾਡੇ ਪਿਤਾ ਜੀ ਨੂੰ ਦਿੱਤਾ ਸੀ, ਤੁਸੀਂ ਮੌਜੂਦ ਸੀ ਉੱਥੇ। ਕਹਿਣ ਲੱਗੇ ਹਾਂਜੀ। ਗੁਰੂ ਭਏ ਜਿਮ ਪਿਤਾ ਹਮਾਰੇ। ਜਿਵੇਂ ਸਾਡੇ ਪਿਤਾ ਜੀ ਗੁਰਤਾ ਗੱਦੀ ਤੇ ਬੈਠੇ। ਹਾਂਜੀ। ਸੋ ਬਨਾਏ ਅਬ ਕਰੋ ਉਚਾਰੇ। ਉਹ ਸਾਰਾ ਸਾਨੂੰ ਬਾਣੀ ਉਚਾਰ ਕੇ ਦੱਸੋ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਸੁਨ ਸੁੰਦਰ ਨੇ ਸਦ ਬਨਾਵਾ। ਬਾਬਾ ਸੁੰਦਰ ਜੀ ਧੁਰੋਂ ਹੀ ਜੁੜੇ ਹੋਏ ਸਨ, ਮਹਾਂਪੁਰਖ ਸਨ, ਸਾਧੂ ਸਨ। ਤੇ ਬਾਬਾ ਸੁੰਦਰ ਜੀ ਨੇ ਉਸ ਸਮੇਂ ਰਾਮ ਕਲੀ ਰਾਗ ਦੇ ਵਿੱਚ ਸਦ ਨਾਮ ਦੀ ਬਾਣੀ ਉਚਾਰੀ ਜੀ। ਆਉਂਦੀ ਹੈ ਬਾਣੀ ਰਾਮ ਕਲੀ ਸਦ। ਜਿਨ੍ਹਾਂ ਪ੍ਰੇਮੀਆਂ ਨੇ ਸਤਿਗੁਰੂ ਜੀ ਦੀ ਬਾਣੀ ਦਾ ਪਾਠ ਕੀਤਾ ਸਾਰਾ, ਉਹਨਾਂ ਨੂੰ ਪਤਾ ਹੋਏਗਾ ਜੀ। ਰਾਮ ਕਲੀ ਸਦ, ਸਦ ਦਾ ਕੀ ਭਾਵ ਹੈ ਇਹਨੂੰ ਧਿਆਨ ਨਾਲ ਸੁਣਨਾ ਹੈ। ਸਦ ਕਹਿੰਦੇ ਸੱਦੇ ਨੂੰ ਜੀ। ਆਪਾਂ ਪੜ੍ਹਦੇ ਨਾ ਘਰ ਘਰ ਇਹੋ ਪਾਹੁਚਾ, ਸਦੜੇ ਨਿਤ ਪਵਨ। ਜਿਵੇਂ ਵਾਹਿਗੁਰੂ ਜੀ ਦਾ ਸੱਦਾ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਆਇਆ, ਉਹ ਸਾਰਾ ਸੱਦਾ ਬਾਬਾ ਸੁੰਦਰ ਜੀ ਨੇ ਬਾਣੀ ਬਣਾ ਕੇ ਲਿਖਿਆ, ਉਚਾਰਿਆ, ਉਹਨੂੰ ਸਦ ਆਖਿਆ ਜਾਂਦਾ ਜੀ। ਹਾਂਜੀ। ਸ਼੍ਰੀ ਅਰਜਨ ਕੋ ਸਕਲ ਸੁਨਾਵਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਾਰਾ ਸੁਣਾਇਆ ਜੀ। ਕੀ ਸੁਣਾਇਆ? ਕਿ ਜਦੋਂ ਵਾਹਿਗੁਰੂ ਦਾ ਸੱਦਾ ਗੁਰੂ ਅਮਰਦਾਸ ਜੀ ਨੂੰ ਆਇਆ, ਜਗ ਦਾਤਾ ਸੋਏ ਭਗਤ ਬਛਲ ਤਹਿ ਲੋਏ, ਇਹ ਸਾਰੇ ਸਦ ਬਾਣੀ ਸੁਣਾਈ ਜੀ। ਇਹਦੇ ਵਿੱਚ ਮਹਾਰਾਜ ਦੇ ਬਚਨ ਆਉਂਦੇ ਨੇ ਜੀ। ਰਾਮ ਕਲੀ ਸਦ ਵਿੱਚ ਗੁਰੂ ਅਮਰਦਾਸ ਜੀ ਨੇ ਕਿਹਾ ਸੀਗਾ, ਮਤ ਮੈਂ ਪਿੱਛੇ ਕੋਈ ਰੋਗ ਸੀ, ਸੋ ਮੈਂ ਮੂਲ ਨਾ ਪਾਇਆ। ਸਤਿਗੁਰੂ ਜੀ ਨੇ ਬਚਨ ਕੀਤੇ ਸਨ। ਕੀ ਬਚਨ ਕੀਤੇ? ਸਾਡੇ ਜਾਣ ਪਿੱਛੋਂ ਕੀਰਤਨ ਕਰਨਾ ਤੁਸੀਂ। ਕਹਿੰਦੇ ਸਾਰੇ ਪਰਿਵਾਰ ਨੂੰ ਕੋਲ ਸੱਦਿਆ, ਗੁਰੂ ਰਾਮਦਾਸ ਜੀ ਨੂੰ ਕੋਲ ਸੱਦਿਆ, ਤੇ ਸਭ ਜਗਤ ਕਿਹਦੀ ਪੈਰੀ ਪਾਇਆ? ਗੁਰੂ ਰਾਮਦਾਸ ਜੀ ਦੇ ਜੀ। ਕੋਈ ਕਰ ਬਖੀਲੀ ਨਿਵੈ ਨਾਹੀਂ, ਫਿਰ ਸਤਿਗੁਰੂ ਆਣ ਨਿਵਾਇਆ। ਇਸੇ ਬਾਣੀ ਵਿੱਚ ਆਉਂਦਾ, ਮੋਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀਓ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹ ਸਾਰਾ ਸੱਦ ਸੁਣੀ ਦੀ ਬਾਣੀ ਦੀ। ਹਾਂਜੀ। ਹੋਏ ਪ੍ਰਸੰਨ ਸੋ ਲੀਨ ਲਿਖਾਈ। ਮਹਾਰਾਜ ਗਰੀਬ ਨਵਾਜ ਬੜੇ ਖੁਸ਼ ਹੋਏ ਸੁਣ ਕੇ। ਮਹਾਰਾਜ ਗਰੀਬ ਨਵਾਜ ਸਿੱਖ ਨੂੰ ਕਹਿਣ ਲੱਗੇ, ਸਿੱਖਾ ਲਿਖ ਲਾ। ਕਹਿਣ ਲੱਗੇ ਸਾਰੀ ਬਾਣੀ ਹੈ। ਹਾਂਜੀ। ਕਹਿਓ ਗ੍ਰੰਥ ਮੈਂ ਧਰਹਿ ਬਨਾਈ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਜਦੋਂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨੀ ਹੈ ਨਾ, ਇਹ ਬਾਣੀ ਵੀ ਵਿੱਚ ਲਿਖਣੀ ਹੈ। ਕਹਿਣ ਲੱਗੇ ਲਿਖਵਾ ਕੇ ਨਾਲ ਹੀ ਲੈ ਕੇ ਆਏ ਮਹਾਰਾਜ ਗੋਇੰਦਵਾਲ ਸਾਹਿਬ ਤੋਂ। ਹਾਂਜੀ। ਅੰਤ ਸਮੈ ਇਸ ਪਾਠ ਜੋ ਕਰਹੀ। ਹੁਣ ਅੱਗੋਂ ਧਿਆਨ ਨਾਲ ਸੁਣਿਓ ਗੱਲ। ਸਤਿਗੁਰੂ ਜੀ ਕਹਿਣ ਲੱਗੇ ਅੰਤਮ ਸਮੇਂ, ਜਦੋਂ ਕਿਸੇ ਦੀ ਅੰਤਮ ਅਰਦਾਸ ਹੁੰਦੀ ਹੈ, ਅੰਤਮ ਸਮੇਂ ਜੇ ਕੋਈ ਇਹਦਾ ਪਾਠ ਕਰੇਗਾ ਜਾਂ ਕਿਸੇ ਦੇ ਸਰੀਰ ਤਿਆਗਣ ਤੋਂ ਬਾਅਦ ਅੰਤਮ ਸਮੇਂ ਇਹਦਾ ਪਾਠ ਹੋਵੇਗਾ। ਹਾਂਜੀ।
ਅੰਤਕ ਪੀਰ ਤਿਨਹੋ ਕੀ ਤੇ ਟਰਹੀ। ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਮਹਾਰਾਜ ਕਹਿਣ ਲੱਗੇ ਅੰਤਮ ਸਮੇਂ ਦੀਆਂ ਉਹਦੀਆਂ ਸਾਰੀਆਂ ਪੀੜਾਵਾਂ ਦੂਰ ਹੋ ਜਾਣਗੀਆਂ। ਤੇ ਸਾਡੇ ਵਿੱਚੋਂ ਐਸੇ ਪ੍ਰੇਮੀ ਵੀ ਬੈਠੇ ਹੋਣੇ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਲੰਘ ਚੱਲੀ ਅਜੇ ਰਾਮਕਲੀ ਸੱਦ ਨਹੀਂ ਪੜਿਆ ਜੀ। ਕਿਸੇ ਨੇ ਜੋ ਪੜਨਾ ਹੈ ਤੇ ਬੰਦਾ ਆਪ ਹੀ ਆਪਣਾ ਪੜ ਲੇ ਜੀ। ਰਾਮਕਲੀ ਸੱਦ ਜਿਹੜਾ ਪੜੇਗਾ ਅੰਤਮ ਸਮੇਂ ਦੇ ਸਭ ਦੁੱਖ ਦੂਰ ਹੋਣਗੇ ਜੀ। ਇਹ ਕਿਹਦਾ ਬਚਨ ਹੈ? ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੀ। ਹਾਂਜੀ। ਇਮ ਕਹਿ ਤਹਤੇ ਗਮਨੇ ਆਗੇ। ਇਹ ਕਹਿ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਗਏ ਜੀ। ਗੁਰੂ ਅਮਰਦਾਸ ਜੀ ਦੇ ਦੇਹਰੇ ਤੇ ਖਲੋ ਕੇ ਮਹਾਰਾਜ ਨੇ ਬਚਨ ਕੀਤੇ ਜੀ। ਉਥੋਂ ਮਹਾਰਾਜ ਅੱਗੇ ਚਲੇ ਗਏ ਜੀ। ਹਾਂਜੀ। ਪਿਖਿਓ ਦੇਹੁਰਾ ਪਿਤ ਦੁੱਤ ਜਾਗੇ। ਤੇ ਫਿਰ ਆਪਣੇ ਪਿਤਾ ਜੀ ਦਾ ਸਥਾਨ ਦੇਖਿਆ ਜੀ। ਜਿੱਥੇ ਗੁਰੂ ਰਾਮਦਾਸ ਜੀ ਦੇ ਸਰੀਰ ਦਾ ਸੰਸਕਾਰ ਹੋਇਆ ਉਸ ਜਗ੍ਹਾ ਦੇ ਦਰਸ਼ਨ ਕੀਤੇ। ਮਾਤਾ ਜੀ ਦੇ ਅਸਥਾਨ ਦੇ ਦਰਸ਼ਨ ਕੀਤੇ ਜੀ। ਹਾਂਜੀ। ਨਮਹਿ ਕਰਤ ਪਰ ਕਰਮਾ ਦੀਨਸ। ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਪਿਤਾ ਜੀ ਦੇ ਤੇ ਮਾਤਾ ਜੀ ਦੇ ਅਸਥਾਨ ਤੇ ਨਮਸਕਾਰ ਕੀਤੀ। ਗੁਰੂ ਸਾਹਿਬ ਕਰ ਰਹੇ ਲੱਗਿਆ ਥਾਪਾਂ ਵੀ ਕਰ ਰਹੀ। ਆਖੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਹਾਂਜੀ। ਤਹਾਂ ਪ੍ਰਸ਼ਾਦ ਬਤਾਵਨ ਕੀਨਸ। ਉੱਥੇ ਫਿਰ ਕੜਾ ਪ੍ਰਸ਼ਾਦ ਬਣਾਇਆ ਮਹਾਰਾਜ ਨੇ ਤੇ ਉਹ ਵਰਤਾਇਆ ਜੀ। ਫਿਰ ਜੀ ਬਸ ਜਦੋਂ ਕਿਸੇ ਇਤਿਹਾਸਕ ਸਥਾਨ ਤੇ ਜਾਓ, ਹੁਣ ਤੇ ਕੰਮ ਹੀ ਬੜਾ ਸੌਖਾ ਸ਼੍ਰੋਮਣੀ ਕਮੇਟੀ ਨੇ ਕੀਤਾ। 10 ਰੁਪਏ ਦਾ ਵੀ ਕੜਾ ਪ੍ਰਸ਼ਾਦ ਮਿਲ ਜਾਂਦਾ ਜੀ। ਹਾਂਜੀ। ਕੜਾ ਪ੍ਰਸ਼ਾਦ ਦੀ ਦੇਗ ਜ਼ਰੂਰ ਕਰਾਇਆ ਕਰੋ, ਇਹ ਮਰਿਆਦਾ ਹੈ। ਹਾਂਜੀ। ਪਿਤ ਕੋ ਧਰਿਓ ਧਿਆਨ ਸੁਖ ਪਾਏ। ਆਪਣੇ ਪਿਤਾ ਜੀ ਦਾ ਧਿਆਨ ਧਾਰਿਆ, ਬਹੁਤ ਸੁਖ ਪ੍ਰਾਪਤ ਹੋਇਆ ਜੀ। ਆਨੰਦ ਤੇ ਲੋਚਨ ਜਲ ਛਾਏ। ਤੇ ਆਨੰਦ ਆ ਗਿਆ ਹਿਰਦੇ 'ਚ ਜੀ। ਨੇਤਰਾਂ 'ਚ ਜਲ ਭਰ ਆਇਆ ਜੀ। ਹਾਂਜੀ। ਸਰਬ ਰੀਤ ਸੁਭ ਕਰਕੇ ਫਿਰੇ। ਸਾਰੀ ਮਰਿਆਦਾ ਕੀਤੀ ਜੀ। ਪ੍ਰਕਰਮਾਂ ਵੀ ਕੀਤੀਆਂ, ਮਰਿਆਦਾਵਾਂ ਕੀਤੀਆਂ ਮਹਾਰਾਜ ਨੇ। ਬੜੇ ਲੰਮੇ ਸਮੇਂ ਬਾਅਦ ਆਪਣੇ ਮਾਤਾ ਪਿਤਾ ਦੇ ਅਸਥਾਨ ਤੇ ਆਏ ਨੇ ਜੀ। ਹਾਂਜੀ। ਮੰਦ ਮੰਦ ਆਵਤ ਭੇ ਕਰੇ। ਹੌਲੀ ਹੌਲੀ ਫਿਰ ਮਹਾਰਾਜ ਉੱਥੋਂ ਵਾਪਸ ਆ ਗਏ ਜੀ। ਬਾਬਾ ਬੁੱਢਾ ਸਾਹਿਬ ਜੀ ਹੋਰ ਗੁਰੂ ਕੇ ਸਿੱਖ ਸਾਰੇ ਨਾਲ ਹਨ। ਹਾਂਜੀ। ਬੈਠ ਕਰਿਓ ਸੁਖ ਸੰਗ ਆਹਾਰਾ। ਤੇ ਫਿਰ ਨਾ ਮਹਾਰਾਜ ਸੱਚੇ ਪਾਤਸ਼ਾਹ ਵਾਪਸ ਆ ਗਏ। ਪ੍ਰਸ਼ਾਦਾ ਛਕਿਆ ਜੀ ਬਾਬਾ ਮੋਹਰੀ ਜੀ ਦੇ ਘਰ ਵਿੱਚ। ਹਾਂਜੀ। ਸ੍ਰੀ ਗੁਰ ਅਰਜਨ ਪਰਮ ਉਦਾਰਾ। ਕਵੀ ਸੰਤੋਖ ਸਿੰਘ ਲਿਖਦੇ ਸਿੱਖੋ ਗੁਰੂ ਅਰਜਨ ਦੇਵ ਮਹਾਰਾਜ ਬਹੁਤ ਦਿਆਲੂ ਹਨ। ਹਾਂਜੀ। ਵਿਘਨਾਂ ਦਾ ਨਾਸ਼ ਕਰਨ ਵਾਲੇ ਹਨ। ਕੋਈ ਰਸਨਾ ਵਾਂਝੀ ਨਾ ਰਹੇ। ਪਿਆਰ ਨਾਲ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਧੰਨ ਜੀ ਧੰਨ ਸ੍ਰੀ ਗੁਰੂ ਮਹਾਰਾਜ। ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ। ਦੋਹਰਾ ਨਿਕਟ ਮੋਹਰੀ ਆਦ ਨਰ ਬੈਠੇ ਸਭ ਸੁਖ ਪਾਏ। ਨਿਕਟ ਮੋਹਰੀ ਆਦ ਨਰ ਬੈਠੇ ਸਭ ਸੁਖ ਪਾਏ। ਬਾਬਾ ਮੋਹਰੀ ਜੀ ਹੋਰ ਗੁਰੂ ਦੇ ਪਿਆਰੇ ਮਹਾਰਾਜ ਜੀ ਦੇ ਲਾਗੇ ਬੈਠੇ ਜੀ। ਬਹੁਤ ਸ਼ਾਂਤੀ ਮਿਲ ਰਹੀ ਹੈ। ਹਾਂਜੀ। ਸ਼੍ਰੀ ਅਰਜਨ ਤਿਸ ਛਿਨ ਬਿਖੈ ਬੋਲੇ ਮੁਖ ਮੁਸਕਾਏ। ਤੇ ਮਹਾਰਾਜ ਗਰੀਬ ਨਵਾਜ ਆਪਣੇ ਮਾਮਾ ਜੀ ਨੂੰ ਕਹਿਣ ਲੱਗੇ ਜੀ ਮੁਸਕਰਾ ਕੇ ਜੀ ਪ੍ਰਸ਼ਾਦਾ ਛਕਣ ਤੋਂ ਬਾਅਦ ਜੀ। ਹਾਂਜੀ। ਸਵਈਆ ਛੰਦ ਮਾਤੁਲ ਜੀ ਆਗਿਆ ਅਬ ਦੀਜੈ ਹੈ ਸੁਦਾ ਸਰੋਵਰ ਕਰਹਿ ਪਿਆਨ। ਮਹਾਰਾਜ ਕਹਿਣ ਲੱਗੇ ਮਾਮਾ ਜੀ ਹੁਣ ਸਾਨੂੰ ਆਗਿਆ ਦੇ ਦਿਓ। ਕਹਿਣ ਲੱਗੇ ਅਸੀਂ ਅੰਮ੍ਰਿਤਸਰ ਜਾਣਾ। ਕਹਿਣ ਲੱਗੇ। ਹਾਂਜੀ।
ਕਾਰਜ ਭਇਓ ਹਮਾਰੋ ਪੂਰਨ ਕਿਰਪਾ ਤੁਮਾਰੀ ਤੇ ਹਿਤ ਠਾਨ। ਕਾਰਜ ਪੂਰਾ ਹੋ ਗਿਆ, ਕਹਿਣ ਲੱਗੇ ਬਾਣੀ ਲੈਣ ਵਾਸਤੇ ਆਏ ਸਾਂ, ਬਾਣੀ ਮਿਲ ਗਈ ਹੈ। ਪਿਆਰਿਓ, ਗੁਰੂ ਅਰਜਨ ਸਾਹਿਬ ਆਪ ਵੀ ਜਹਾਜ਼ ਨੇ ਬਾਣੀ ਦੇ, ਤੇ ਬਾਣੀ ਲੈਣ ਵਾਸਤੇ ਆਏ ਨੇ। ਹਾਂਜੀ। ਚਤੁਰ ਗੁਰਨ ਕੀ ਬਾਣੀ ਪ੍ਰਾਪਤ ਹਿਤ ਕੋ ਕਰ ਹੈ ਏਕ ਸਥਾਨ। ਮਹਾਰਾਜ ਕਹਿਣ ਲੱਗੇ ਹੁਣ ਸਾਨੂੰ 4 ਗੁਰੂਆਂ ਦੀ ਬਾਣੀ ਮਿਲ ਗਈ ਹੈ। ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਵੀ ਪ੍ਰਾਪਤ ਹੋਈ ਜੀ। ਹੁਣ ਅਸੀਂ ਕਹਿਣ ਲੱਗੇ ਸਾਰੀ ਬਾਣੀ ਨੂੰ ਇੱਕ ਜਗ੍ਹਾ ਲਿਖ ਦੇਣਾ, ਕਹਿਣ ਲੱਗੇ। ਹਾਂਜੀ। ਜਿਸ ਕੋ ਪਟ ਸੁਨ ਅਰਥ ਵਿਚਾਰਨ ਹਿਰਦੈ ਬਸਾਏ ਪਾਏ ਕਲਿਆਣ। ਕਿੰਨਾ ਮਹਾਰਾਜ ਸਾਡਾ ਭਲਾ ਸੋਚ ਰਹੇ ਹੈ। ਮਹਾਰਾਜ ਕਹਿਣ ਲੱਗੇ ਜਿਹਨੂੰ ਸਾਡੇ ਸਿੱਖ ਪੜ੍ਹਿਆ ਕਰਨਗੇ, ਸੁਣਿਆ ਕਰਨਗੇ, ਉਹਨਾਂ ਦਾ ਭਲਾ ਹੋਏਗਾ ਜੀ। ਸੰਗਤ ਜੀ, ਕਿੰਨੀ ਵੱਡੀ ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ। ਕੋਈ ਸਰੀਰ ਤਿਆਗ ਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡੇ ਕੋਲ ਨਾ ਹੋਵੇ, ਸਾਡੇ ਕੋਲ ਹੈ ਹੀ ਕੋਈ ਨਹੀਂ ਮਰਿਆਦਾ ਕਰਨ ਲਈ ਕੁਛ। ਮਹਾਰਾਜ ਕਹਿਣ ਲੱਗੇ ਸਿੱਖਾਂ ਦਾ ਬੜਾ ਭਲਾ ਹੋਏਗਾ ਹੁਣ। ਹਾਂਜੀ। ਪੁਨ ਮਾਤੁਲ ਜੇਸ਼ਟ ਕੋ ਦਰਸ਼ਨ ਪ੍ਰੇਮ ਸੰਗ ਮਿਲਬੋ ਕਰ ਲੀਨ। ਉਤੋਂ ਮਹਾਰਾਜ ਕਹਿੰਦੇ ਸਾਨੂੰ ਵੱਡੇ ਮਾਮਾ ਜੀ ਦੇ ਵੀ ਦਰਸ਼ਨ ਹੋ ਗਏ ਆ, ਉਹਨਾਂ ਵੀ ਸਾਡੇ ਨਾਲ ਬੜਾ ਪਿਆਰ ਕੀਤਾ। ਹਾਂਜੀ। ਬਹੁਰ ਕਿਰਪਾ ਕਰ ਮੇਲ ਆਪ ਕੋ ਮਹਾ ਲਾਭ ਹੋਵਾ ਮਨ ਚੀਨ। ਫਿਰ ਆਪ ਜੀ ਦੇ ਵੀ ਦਰਸ਼ਨ ਹੋ ਗਏ, ਮੇਲਾ ਹੋ ਗਿਆ। ਮਹਾਰਾਜ ਕਹਿਣ ਲੱਗੇ ਸਾਨੂੰ ਤੇ ਆਉਣ ਦਾ ਬਹੁਤ ਲਾਭ ਹੋਇਆ। ਇੱਥੇ ਬੰਦਾ ਕਿਤੇ ਵੀ ਜਾਵੇ ਸੋਚੇ ਮੈਨੂੰ ਆਉਣ ਦਾ ਲਾਭ ਕੀ ਹੋਇਆ ਹੈ। ਹਾਂਜੀ। ਸਕਲ ਕੁਟੰਬ ਅਲੰਬ ਹਮਾਰੋ ਹਰਖ ਪਰਸ ਪਰ ਦਰਸ਼ਨ ਕੀਨ। ਫਿਰ ਮਹਾਰਾਜ ਕਹਿੰਦੇ ਹੋਰ ਵੀ ਕੁਟੰਬ ਪਰਿਵਾਰ ਦੇ ਦਰਸ਼ਨ ਹੋ ਗਏ ਹੈ। ਬਹੁਤ ਸੁੱਖ ਵਰਤਿਆ ਮਹਾਰਾਜ ਕਹਿਣ ਲੱਗੇ ਆ ਕੇ। ਹਾਂਜੀ। ਦਵੇ ਸਤ ਗੁਰ ਕੇ ਪੂਜਦੇ ਹੁਰੇ ਮੱਜਨ ਬਾਪੀ ਆਨੰਦ ਦੀਨ। ਫਿਰ ਮਹਾਰਾਜ ਕਹਿੰਦੇ 2 ਗੁਰਾਂ ਦੇ ਦੇਹੁਰਿਆਂ ਦੇ ਉਸ ਮਹਾਨ ਸਥਾਨਾਂ ਦੇ ਵੀ ਦਰਸ਼ਨ ਹੋ ਗਏ ਹੈ। ਬੌਲੀ ਸਾਹਿਬ ਦਾ ਵੀ ਇਸ਼ਨਾਨ ਹੋ ਗਿਆ, ਕਹਿਣ ਲੱਗੇ ਲਾਭ ਹੀ ਲਾਭ ਹੋਇਆ। ਗੱਜ ਕੇ ਆਖੋ ਵਾਹਿਗੁਰੂ। ਸੁਨਤ ਮੋਹਰੀ ਜੁਗ ਕਰ ਜੋਰੇ ਗੁਰਤਾ ਗਾਦੀ ਪਰਬਿਤ ਆਪ। ਥਿਤ ਕਹਿਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮਾਮਾ ਜੀ ਹੁਣ ਸਾਨੂੰ ਆਗਿਆ ਦਿਓ। ਤੇ ਬਾਬਾ ਮੋਹਰੀ ਜੀ ਨੇ ਦੋਵੇਂ ਹੱਥ ਜੋੜ ਲਏ, ਕਹਿੰਦੇ ਮਹਾਰਾਜ ਤੁਸੀਂ ਮਾਲਕ ਤੇ। ਕਹਿਣ ਲੱਗੇ ਮਹਾਰਾਜ ਗੁਰਤਾ ਗੱਦੀ ਤੇ ਆਪ ਜੀ ਬੈਠੇ ਹੋਏ ਹੋ। ਹਾਂਜੀ। ਜਾਂਤੇ ਤੁਮ ਸਭ ਤੇ ਹੈ ਦੀਰਗ ਬੰਦਨੀय ਵੱਡ ਦੀਪਾ ਹੈ ਪ੍ਰਤਾਪ। ਇਸ ਕਰਕੇ ਵੱਡੇ ਤੇ ਤੁਸੀਂ ਹੋ ਸਾਡੇ ਸਾਰਿਆਂ ਦੇ। ਮੱਥਾ ਅਸੀਂ ਟੇਕਣਾ, ਆਗਿਆ ਅਸਾਂ ਤੁਹਾਡੇ ਕੋਲੋਂ ਮੰਗਣੀ ਹੈ। ਵੇਖ ਲੋ ਜੇ ਗੁਰੂ ਸਾਹਿਬ ਪੂਰਾ ਸਤਿਕਾਰ ਕਰਦੇ ਤੇ ਉਹ ਵੀ ਅੱਗੋਂ ਪੂਰਾ ਕਰ ਰਹੇ ਨੇ ਜੀ। ਹਾਂਜੀ। ਇਹ ਠਾਂ ਬਾਸ ਕਰੋ ਸੁਖ ਪਾਵੋ ਹਮ ਦਰਸਹਿ ਗਨ ਦੋਖਨ ਖਾਪ। ਤੇ ਬਾਬਾ ਮੋਹਰੀ ਜੀ ਮਹਾਰਾਜ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਤੇ ਇਹ ਬੇਨਤੀ ਕਰਾਂਗਾ ਇੱਥੇ ਹੀ ਰਹਿ ਪਾਓ ਪੱਕੇ। ਗੱਜ ਕੇ ਆਖੋ ਮਹਾਰਾਜ ਅਸੀਂ ਤੁਹਾਡੇ ਸੇਵਾਦਾਰ, ਸੇਵਾ ਕਰਿਆ ਕਰਾਂਗੇ ਤੁਹਾਡੀ। ਮਹਾਰਾਜ ਦਰਸ਼ਨ ਕਰਿਆ ਕਰਾਂਗੇ, ਸਾਡੇ ਪਾਪ ਦੂਰ ਹੋਣਗੇ। ਹਾਂਜੀ। ਸੰਗਤ ਆਏ ਉਪਾਇਨ ਅਰਪੈ ਸਭ ਦੇਸ਼ਨ ਕੀ ਮਿਲਹਿ ਕਲਾਪ। ਸੰਗਤ ਨੂੰ ਇੱਥੋਂ ਦਾ ਪਤਾ ਪਹਿਲਾਂ ਹੀ ਪਤਾ ਹੈ। ਸੰਗਤ ਆਇਆ ਕਰੇਗੀ, ਦਰਸ਼ਨ ਕਰਿਆ ਕਰੇਗੀ। ਮਹਾਰਾਜ ਇੱਥੇ ਰਹੋ ਆਪ ਜੀ। ਹਾਂਜੀ। ਸ਼੍ਰੀ ਅਰਜਨ ਕਹਿ ਮਾਤੁਲ ਜੀ ਸੁਨ ਹਮ ਤੁਮਰੀ ਆਇਸ ਅਨੁਸਾਰ। ਮਹਾਰਾਜ ਕਹਿਣ ਲੱਗੇ ਮਾਮਾ ਜੀ ਸੁਣੋ ਅਸੀਂ ਤੇ ਤੁਹਾਡੀ ਆਗਿਆ ਅਨੁਸਾਰ ਹੈਗੇ ਆ। ਵੇਖਿਓ ਮਹਾਰਾਜ ਗੱਲ ਕਿਵੇਂ ਰੱਖਦੇ ਉਹਨਾਂ ਦੀ। ਗੱਜ ਕੇ ਆਖੋ ਵਾਹਿਗੁਰੂ। ਉਮਰ ਲੰਘ ਜਾਂਦੀ ਹੈ, ਕਈ ਵਾਰੀ ਬੰਦੇ ਨੂੰ ਗੱਲ ਕਰਨ ਦਾ ਪਤਾ ਨਹੀਂ ਲੱਗਦਾ ਜੀ। ਸਿੱਖਣਾ ਚਾਹੀਦਾ ਸਾਰਾ ਕੁਝ ਜੀ। ਮਹਾਰਾਜ ਕਹਿਣ ਲੱਗੇ ਅਸੀਂ ਤੇ ਤੁਹਾਡੇ ਅਨੁਸਾਰ ਹੀ ਹੈਗੇ ਆ। ਜਿਵੇਂ ਕਹੋ ਤੁਸੀਂ ਕਹਿੰਦੇ ਇੱਥੇ ਰਹਿ ਪਾਂਗੇ, ਪਰ ਇੱਕ ਬੇਨਤੀ ਸੁਣ ਲਓ। ਕਹਿਣ ਲੱਗੇ ਹਾਂਜੀ।
ਇਕ ਪਰੰਤ ਕਾਰਨ ਲਖ ਲੀਜੈ ਹੈ, ਬ੍ਰਿਧ ਗੁਰੂ ਜੋ ਪਿਤਾ ਤੁਮਾਰ। ਆਪ ਜੀ ਦੇ ਪਿਤਾ ਸਤਿਗੁਰੂ ਜੀ, ਸਾਡੇ ਨਾਨਾ ਸਤਿਗੁਰੂ ਜੀ, ਧੰਨ ਗੁਰੂ ਅਮਰਦਾਸ ਸਾਹਿਬ ਜੀ। ਹਾਂਜੀ। ਹਮਰੇ ਪਿਤ ਕੋ ਆਗਿਆ ਦੀਨਸ, ਸਰ ਕੀ ਜਾਏ ਕਰਾਵਹੁ ਕਾਰ। ਉਹਨਾਂ ਨੇ ਸਾਨੂੰ ਆਗਿਆ, ਸਾਡੇ ਪਿਤਾ ਜੀ ਨੂੰ ਆਗਿਆ ਦਿੱਤੀ ਕਿ ਅੰਮ੍ਰਿਤਸਰ ਬਾਰੇ ਆਖਿਆ ਵੀ ਸਰੋਵਰ ਬਣਾਉਣਾ ਤੁਸਾਂ ਜਾ ਕੇ। ਹਾਂਜੀ। ਅੰਦਰ ਹਰ ਮੰਦਰ ਰਚ ਸੁੰਦਰ, ਸੇਵ ਸੰਭਾਰਹੁ ਸਰਬ ਪ੍ਰਕਾਰ। ਤੇ ਸਾਨੂੰ ਸਾਡੇ ਪਿਤਾ ਜੀ ਨੇ ਆਖਿਆ ਵੀ ਇਸ ਸਰੋਵਰ ਦੇ ਵਿੱਚ ਹਰ ਮੰਦਰ ਬਣਾਉਣਾ ਹੈ। ਅਸੀਂ ਤੇ ਹੁਕਮ ਦੇ ਬੱਝੇ ਹੈਗੇ, ਕਹਿਣ ਲੱਗੇ। ਹਾਂਜੀ। ਆਗੇ ਆਗੇ ਜਿਮ ਆਗਿਆ ਹੋਏ ਤੁਮਾਰੀ, ਤਿਮ ਹਮ ਕਰ ਹੈ ਹਰਖ ਉਰਪਾਏ। ਸਰੋਵਰ ਬਣ ਚੁੱਕਾ, ਹਰ ਮੰਦਰ ਬਣ ਚੁੱਕਾ, ਪਰ ਉਹਦੀ ਸੇਵਾ ਕਰਨੀ ਹੈ, ਕਹਿਣ ਲੱਗੇ। ਅੱਗੋਂ ਜਿਵੇਂ ਤੁਹਾਡੀ ਆਗਿਆ ਕਹਿੰਦੇ ਹੋ ਤੇ ਇੱਥੇ ਰਹਿ ਪੈਨੇ ਆ। ਹਾਂਜੀ। ਸੁਨਤ ਮੋਹਰੀ ਲਖੀਸ ਨੀਕੇ, ਜਥਾ ਜੋਗ ਤੁਮ ਕਹੀ ਬਨਾਏ। ਗੱਜ ਕੇ ਆਖੋ। ਬਾਬਾ ਮੋਹਰੀ ਜੀ ਫਾਰਮੈਲਿਟੀ ਨਾਲ ਨਹੀਂ ਕਹਿ ਰਹੇ ਵੀ ਇੱਥੇ ਹੀ ਰਹਿ ਪੋ। ਬੰਦਾ ਵੀ ਉੱਤੋਂ ਉੱਤੋਂ ਬੜਿਆਂ ਨੂੰ ਸਲਾਮਾਂ ਮਾਰਦਾ ਹੈ। ਬਾਬਾ ਜੀ ਮਨੋ ਬੇਨਤੀਆਂ ਕਰ ਰਹੇ ਨੇ। ਤੇ ਜਦੋਂ ਦੱਸਿਆ ਨਾ ਵੀ ਸਾਡੀ ਡਿਊਟੀ ਉੱਥੇ ਲੱਗੀ ਹੈ, ਬਾਬਾ ਮੋਹਰੀ ਜੀ ਹੱਥ ਜੋੜ ਕੇ ਕਹਿੰਦੇ, ਮਹਾਰਾਜ ਅਸੀਂ ਤੁਹਾਨੂੰ ਕੀ ਕਹਿ ਸਕਦੇ। ਕਹਿਣ ਲੱਗੇ, ਜਥਾ ਜੋਗ ਤੁਮ ਕਹੀ ਬਨਾਏ, ਜੋ ਤੁਸੀਂ ਕਿਹਾ ਬਿਲਕੁਲ ਠੀਕ ਕਿਹਾ ਮਹਾਰਾਜ। ਹਾਂਜੀ। ਤਦਪ ਜਾਮਨ ਤੀਨ ਬਸੀਜੈ ਹੈ, ਦਰਸੈ ਹੈ ਦੇਹੋ ਦਰਸ਼ਨ ਸਮੁਦਾਏ। ਪਰ ਫਿਰ ਵੀ ਮੇਰੀ ਬੇਨਤੀ ਹੈ, 3 ਰਾਤਾਂ ਤੇ ਇੱਥੇ ਰਹੋ। ਕਹਿਣ ਲੱਗੇ, ਗੱਜ ਕੇ ਆਖੋ। ਵੇਖ ਲਓ, ਪਿਆਰ ਵਾਲੇ ਰੱਖ ਲੈਂਦੇ ਜੀ, ਜੁਗਤੀ ਹੁੰਦੀ ਉਹਨਾਂ ਕੋਲ ਜੀ। 3 ਦਿਨ ਰਹੋ। ਹਾਂਜੀ। ਪੁਨ ਪ੍ਰਸਥਾਨ ਹੋ ਮਨ ਸੁਖ ਜਮਾਨ ਹੋ, ਠਾਨ ਹੋ ਸੇਵ ਸ਼ਨਾਨ ਹੋ ਜਾਏ। ਮਹਾਰਾਜ ਫਿਰ ਤੁਸੀਂ ਚਲੇ ਜਿਓ ਮਹਾਰਾਜ, ਆਪਣਾ ਮਨ ਦਾ ਸੁੱਖ ਕਰਿਓ ਮਹਾਰਾਜ, ਇਸ਼ਨਾਨ ਪਾਨ ਕਰਿਓ ਜਾ ਕੇ, ਪਰ 3 ਦਿਨ ਤੇ ਸਾਨੂੰ ਘੱਟੋ ਘੱਟ ਦਰਸ਼ਨ ਦਿਓ ਨਾ ਜੀ। ਹੁਣ ਸੰਗਤ ਜੀ, ਨਾ ਤੇ ਸਮਾਂ ਹੀ ਹੈਗਾ ਕਿਸੇ ਕੋ, ਤੇ ਨਾ ਇੰਨਾ ਪਿਆਰ ਹੈਗਾ ਜੀ। ਹਾਂਜੀ। ਗੱਜ ਕੇ ਆਖੋ ਵਾਹਿਗੁਰੂ। ਪਹਿਲਾਂ ਜਾਂਦੇ ਸੀ ਲੋਕੀ ਵਾਂਡੇ ਜੀ, ਹਫਤਾ ਬੰਨੇ ਜੀ, ਆਉਣ ਹੀ ਨਹੀਂ ਸੀ ਦਿੰਦੇ ਜੀ। 3 ਕੁ ਦਿਨ ਬੰਦਾ ਰਹਿਣ ਦੀ ਤਿਆਰੀ ਕਰਕੇ ਜਾਂਦਾ ਸੀ, 2 ਕੁ ਦਿਨ ਉਹ ਧੱਕੇ ਨਾਲ ਰੱਖ ਲੈਂਦੇ ਹੁੰਦੇ ਸੀਗੇ ਜੀ, ਆਉਣ ਨਹੀਂ ਦੇਣਾ ਜੀ। ਹਾਂਜੀ। ਤੇ ਪਿਆਰ ਸੀ ਨਾ ਜੀ। ਮਹਾਰਾਜ 3 ਦਿਨ ਤੇ ਰਹੋ ਸੱਚੇ ਪਾਤਸ਼ਾਹ ਇੱਥੇ। ਹਾਂਜੀ। ਮਾਨ ਮੋਹਰੀ ਮਾਤੁਲ ਕੇ ਬਚ, ਸ਼੍ਰੀ ਅਰਜਨ ਪੁਨ ਕੀਨ ਨਿਵਾਸ। ਮਹਾਰਾਜ ਕਹਿਣ ਲੱਗੇ, ਠੀਕ ਹੈ, ਕਹਿਣ ਲੱਗੇ ਆਪਾਂ ਰਹਿ ਲਾਂਗੇ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਕੋਈ ਨਹੀਂ, ਇੱਥੇ ਹੀ ਰਹਿ ਪੈਨੇ। ਹਾਂਜੀ। ਸੇਵਾ ਕੇ ਬਸ ਹੋਇ ਕਰ ਬਾਸੇ, ਮਿਲ ਸਭ ਬੈਠਾ ਹੈ ਤਰਹਿ ਹੁਲਾਸ। ਕਿਉਂ ਸੇਵਾ ਦੇ ਵਸ ਨੇ ਮਹਾਰਾਜ। ਬਾਬਾ ਮੋਹਰੀ ਜੀ ਨੇ ਸੇਵਾ ਵੀ ਬੜੀ ਕੀਤੀ ਨਾ ਜੀ। ਸਾਰੇ ਬੜੇ ਖੁਸ਼ ਹੋ ਗਏ ਜੀ ਜਦੋਂ ਮਹਾਰਾਜ ਨੇ ਹਾਂ ਕਰ ਦਿੱਤੀ ਨਾ ਜੀ, ਸਭ ਪਾਸ ਬੈਠ ਕੇ ਖੁਸ਼ ਹੋ ਗਏ ਸਾਰੇ। ਹਾਂਜੀ। ਭਗਤ ਵਿਰਾਗ ਗਿਆਨ ਕੀ ਚਰਚਾ, ਕਰਹਿ ਮਧੁਰ ਸ਼ੁਭ ਬਾਕ ਪ੍ਰਕਾਸ਼। ਤੇ ਲਓ ਹੁਣ ਆਹ ਗੱਲਾਂ ਵੀ ਧਿਆਨ ਨਾਲ ਸੁਣਨ ਵਾਲੀਆਂ ਨੇ ਨਾ ਸਾਡੇ। ਗੱਜ ਕੇ ਆਖੋ ਸੰਗਤ ਜੀ, ਗੱਜ ਕੇ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਫਿਰ ਬਚਨ ਕਿਹੜੇ ਕਰਦੇ ਆ? 3 ਦਿਨ ਰਹਿਣਾ ਜੀ। 3 ਦਿਨ ਬਚਨ ਕਰਦੇ ਭਗਤੀ ਦੇ, ਨਾਮ ਦੇ, ਹਾਂਜੀ, ਸਿਮਰਨ ਦੇ, ਗਿਆਨ ਦੇ। ਵੇਖੋ ਜਿਹੜੇ ਸਾਡੇ ਬੋਲੇ ਬਣੇ ਨਾ ਜੀ, ਨਾਮ ਤੋਂ ਬਗੈਰ ਕੋਈ ਬੋਲਾ ਖਾਲੀ ਨਹੀਂ ਹੈਗਾ ਜੀ। ਅੱਜ ਹੀ ਮੈਂ ਵਿਚਾਰ ਰਿਹਾ ਸਾਂ ਆਪਣੇ ਮਨ 'ਚ, ਇੱਕ ਗੱਲ ਆਪਾਂ ਪੜ੍ਹਦੇ ਵੀ ਲੋਹ ਲੰਗਰ ਤਪਦੇ ਰਹਿਣ, ਸਿੱਖ ਸੰਗਤਾਂ ਛਕਦੇ ਰਹਿਣ, ਤੇ ਛਕਦਿਆਂ ਛਕਾਉਂਦਿਆਂ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਗੱਜ ਕੇ ਆਖੋ ਵਾਹਿਗੁਰੂ। ਲੋਹਾਂ ਤਪਦੀਆਂ ਰਹਿਣ, ਲੰਗਰ ਪੱਕਦੇ ਰਹਿਣ, ਸਿੱਖ ਛਕਦੇ ਰਹਿਣ, ਪਰ ਸਭ ਕੁਝ ਕਰਦਿਆਂ ਨਾਮ ਨਾ ਵਿਸਰੇ ਜੀ, ਸਿਮਰਨ ਨਾ ਵਿਸਰੇ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਬੈਠ ਗਏ। ਫਿਰ ਪਤਾ ਸੀ ਰਹਿਣਾ,
ਫਿਰ ਗਿਆਨ ਦੀਆਂ ਭਗਤੀ ਦੀਆਂ ਬਚਨ ਕਰਦੇ ਮਹਾਰਾਜ। ਹਾਂਜੀ। ਜਥਾ ਜੋਗ ਉਤਰ ਦੇ ਸਭ ਕੋ ਅਨਿਕ ਪਾਂਤ ਕੇ ਮੁਦਤ ਬਿਲਾਸ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਉਹ ਸਵਾਲ ਕਰਦੇ ਆ ਪ੍ਰੇਮੀ ਸਿੱਖ ਗੋਇੰਦਵਾਲ ਸਾਹਿਬ ਦੇ ਰਹਿਣ ਵਾਲੇ, ਮਹਾਰਾਜ ਇਹਦਾ ਕੀ ਭਾਵ ਹੈ? ਮਹਾਰਾਜ ਨਾਮ ਜਪਦਿਆਂ ਅੱਗੇ ਕਿਵੇਂ ਵਧਣਾ ਹੈ? ਮਹਾਰਾਜ ਕਿਵੇਂ ਨਾਮ ਜਪਿਆ ਕਰੀਏ? ਗੁਰੂ ਅਰਜਨ ਸਾਹਿਬ ਸਭਨਾਂ ਨੂੰ ਉੱਤਰ ਦੇ ਰਹੇ ਨੇ, ਸਭਨਾਂ ਨੂੰ ਸ਼ਾਂਤੀ ਦੇ ਰਹੇ ਨੇ। ਹਾਂਜੀ। 3 ਦਿਵਸ ਸ਼੍ਰੀ ਅਰਜਨ ਬਸ ਕਰ ਜਥਾ ਜੋਗ ਸਭ ਕੋ ਹਰ ਖਾਏ। 3 ਦਿਨ ਸੰਗਤਾਂ ਆਉਂਦੀਆਂ ਰਹੀਆਂ, ਦਰਸ਼ਨ ਕਰਦੀਆਂ ਰਹੀਆਂ, ਖੂਬ ਲੰਗਰ ਲੱਗੇ। 3 ਦਿਨ ਮਹਾਰਾਜ ਸਰੀਰ ਕਰਕੇ ਉੱਥੇ ਰਹੇ ਜੀ। ਫਿਰ ਜੀ ਸਭਨਾਂ ਨੂੰ ਖੁਸ਼ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਹਾਂਜੀ। ਜਾਚੀ ਬਿਦਾ ਨਮਰਤਾ ਅਤਕਾਰ ਮਾਤੁਲ ਜੀ ਅਬ ਦੇਹੋ ਰਜਾਏ। 3 ਦਿਨਾਂ ਬਾਅਦ ਮਹਾਰਾਜ ਫਿਰ ਬੜੀ ਨਿਮਰਤਾ ਦੇ ਨਾਲ ਆਪਣੇ ਮਾਮਾ ਜੀ ਨੂੰ ਕਹਿਣ ਲੱਗੇ, ਮਾਮਾ ਜੀ ਹੁਣ ਤੇ ਆਗਿਆ ਦੇ ਦਿਓ, ਸਮਾਂ ਪੂਰਾ ਹੋ ਗਿਆ ਕਹਿਣ ਲੱਗੇ। ਹਾਂਜੀ। ਸੁਦਾ ਸਰੋਵਰ ਪਹੁੰਚੋ ਚਾਹਤ ਕਹੇ ਆਪ ਕੇ ਰਹਿ ਥਾਏ। ਗੱਜ ਕੇ ਆਖੋ ਵਾਹਿਗੁਰੂ। ਦੱਸੋ ਆਗਿਆ ਦਿਓ ਵੀ ਇੱਥੇ ਹੀ ਰਹੀਏ ਜਾਂ ਅੰਮ੍ਰਿਤਸਰ ਜਾਈਏ ਕਹਿਣ ਲੱਗੇ। ਜਿਵੇਂ ਤੁਹਾਡੀ ਆਗਿਆ ਹੋਏਗੀ। ਅੰਮ੍ਰਿਤਸਰ ਸਾਡੀ ਜ਼ਿੰਮੇਵਾਰੀ ਲਾਈ ਸਤਿਗੁਰੂ ਜੀ ਨੇ। ਹਾਂਜੀ। ਕਹਿਤ ਮੋਹਰੀ ਜੋ ਨਿਜ ਇੱਛਾ ਬਹੁਰ ਮਿਲਹੁ ਅਕਬ ਦੇਹੋ ਬਤਾਏ। ਤੇ ਬਾਬਾ ਮੋਹਰੀ ਜੀ ਵੀ ਬੜੇ ਸਿਆਣੇ ਨਾ, ਉਹ ਇਹ ਨਹੀਂ ਕਹਿ ਸਕਦੇ ਮਹਾਰਾਜ ਜਾਓ। ਗੱਜ ਕੇ ਆਖੋ। ਬਾਬਾ ਮੋਹਰੀ ਜੀ ਥੋੜੀ ਮਹਾਰਾਜ ਨੂੰ ਕਹਿ ਸਕਦੇ ਮਹਾਰਾਜ ਜਾਓ ਹੁਣ। ਹਾਂਜੀ। ਬਾਬਾ ਮੋਹਰੀ ਜੀ ਕਹਿੰਦੇ ਮਹਾਰਾਜ ਜਿਵੇਂ ਤੁਹਾਡੀ ਮਰਜ਼ੀ। ਮਹਾਰਾਜ ਕਹਿੰਦੇ ਫਿਰ ਸਾਨੂੰ ਆਗਿਆ ਦੇ ਦਿਓ। ਬਾਬਾ ਜੀ ਕਹਿੰਦੇ ਫਿਰ ਮਹਾਰਾਜ ਇਹੋ ਹੀ ਦੱਸ ਦਿਓ ਮੁੜ ਕਦੋਂ ਆਓਗੇ। ਹਾਂਜੀ। ਸ਼੍ਰੀ ਗੁਰ ਕਹਿਓ ਕਰੋ ਜਬ ਸਿਮਰਨ ਤਬ ਤੁਮਰੀ ਆਇਸ ਅਨੁਸਾਰ। ਤੇ ਮਹਾਰਾਜ ਕਹਿਣ ਲੱਗੇ ਮਾਮਾ ਜੀ ਜਦੋਂ ਹੀ ਯਾਦ ਕਰੋਗੇ ਉਦੋਂ ਹੀ ਆ ਜਾਵਾਂਗੇ ਕਹਿਣ ਲੱਗੇ। ਜਦੋਂ ਯਾਦ ਕਰੋਗੇ ਜੀ। ਅੱਜ ਇੱਕ ਪਿਆਰ ਵਾਲੇ ਬਹੁਤ ਪੁੱਜੇ ਹੋਏ ਜੀ, ਬਹੁਤ ਜੁੜੀ ਹੋਈ ਤੇ ਬਹੁਤ ਉੱਚੀ ਅਵਸਥਾ ਵਾਲੇ ਗੁਰਮੁਖ ਉਹ ਕਹਿਣ ਲੱਗੇ, ਕਹਿੰਦੇ ਕਲੀਧਰ ਅੱਜ ਵੀ ਹਾਜ਼ਰ ਨਾਜ਼ਰ ਹੀ ਨੇ ਬੰਦੇ ਤੇ ਜੀ। 10ਵੇਂ ਪਾਤਸ਼ਾਹ ਕਹਿੰਦੇ ਪਰਮੇਸ਼ਰ ਨੇ, ਪਰਮੇਸ਼ਰ ਦੀ ਮੌਤ ਥੋੜੀ ਹੁੰਦੀ ਕਹਿਣ ਲੱਗੇ। ਸੁਣਿਓ ਧਿਆਨ ਨਾਲ, ਗੱਜ ਕੇ ਆਖੋ ਵਾਹਿਗੁਰੂ 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 ਵਾਹਿਗੁਰੂ। ਉਹ ਕਹਿੰਦੇ 10ਵੇਂ ਪਾਤਸ਼ਾਹ ਅੱਜ ਵੀ ਹਾਜ਼ਰ ਨਾਜ਼ਰ ਨੇ, ਬੰਦਾ ਹੀ ਨਹੀਂ ਮਹਿਸੂਸ ਕਰਦਾ ਕਹਿਣ ਲੱਗੇ। ਜੇ ਇੱਕ ਬੰਦਾ ਮਹਿਸੂਸ ਕਰ ਲੇ ਨਾ ਕਿ 10ਵੇਂ ਪਾਤਸ਼ਾਹ ਮੇਰੇ ਅੰਗ ਸੰਗ ਨੇ, ਮੇਰੇ ਲਾਗੇ ਬੈਠੇ ਨੇ, ਮੈਨੂੰ ਵੇਖ ਰਹੇ ਨੇ, ਕਹਿੰਦੇ ਹਫ਼ਤੇ ਤੱਕ ਬੰਦੇ ਨੂੰ ਦਰਸ਼ਨ ਹੋ ਜਾਣਗੇ। ਹਾਂਜੀ। ਮਹਾਰਾਜ ਹਾਜ਼ਰ ਨਾਜ਼ਰ ਨੇ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਆਪਣੇ ਮਾਮਾ ਜੀ ਨੂੰ ਕਹਿਣ ਲੱਗੇ, ਮਾਮਾ ਜੀ ਅਸੀਂ ਤਾਂ ਤੁਹਾਡੇ ਨਾਲ ਹੀ ਹੈਗੇ, ਜਦੋਂ ਯਾਦ ਕਰੋਗੇ ਉਦੋਂ ਹੀ ਆ ਜਾਵਾਂਗੇ ਕਹਿਣ ਲੱਗੇ। ਅੱਛਾ, ਬੰਦਾ ਇਹ ਗੱਲ ਆਖੇ ਤੋਂ ਝੂਠਾ ਹੋ ਸਕਦਾ, ਗੁਰੂ ਸਾਹਿਬ ਨਹੀਂ ਝੂਠੇ, ਕਿਉਂ ਮਹਾਰਾਜ ਆ ਸਕਦੇ ਨੇ ਜੀ। ਹਾਂਜੀ। ਹੋਹੇ ਮੇਲ ਦਰਸ਼ਨ ਹਮ ਕਰ ਹੈ ਸਦਾ ਨਿਹਾਲ ਸੋ ਬੁੱਧ ਉਦਾਰ। ਮਹਾਰਾਜ ਕਹਿਣ ਲੱਗੇ ਜਦੋਂ ਤੁਸੀਂ ਕਹੋਗੇ ਉਦੋਂ ਹੀ ਮੇਲੇ ਹੋ ਜਾਣਗੇ, ਉਦੋਂ ਹੀ ਦਰਸ਼ਨ ਹੋਣਗੇ। ਮਹਾਰਾਜ ਕਹਿਣ ਲੱਗੇ ਉਦੋਂ ਹੀ ਤੁਸੀਂ ਨਿਹਾਲ ਹੋ ਜਾਓਗੇ। ਹਾਂਜੀ। ਮਾਤੁਲ ਪਤਨੀ ਦੀਨ ਸੰਦੇਸ਼ਾ ਮੋਦਿਸ਼ ਤੇ ਅਸ ਕਰਹੋ ਉਚਾਰ। ਮਹਾਰਾਜ ਦੇ ਮਾਮੀ ਜੀ ਉਹ ਮਹਾਰਾਜ ਨੂੰ ਕਹਿਣ ਲੱਗੇ ਮੇਰੇ ਵੱਲੋਂ ਗੰਗਾ ਜੀ ਨੂੰ ਸੁਨੇਹਾ ਦਿਓ ਇੱਕ। ਹਾਂਜੀ। ਰਾਮ ਸਤ ਗੰਗਾ ਕੋ ਕਹਿਨੀ। ਰਾਮ ਸਤ ਗੰਗਾ ਕੋ ਕਹਿਨੀ। ਪਹਿਲਾਂ ਲੋਕ ਇਹੋ ਕਹਿੰਦੇ ਸੀ ਸਤ ਕਰਤਾਰ, ਸਤਿ ਸ੍ਰੀ ਅਕਾਲ। ਜਿਵੇਂ ਆਪਾਂ ਕਹਿੰਦੇ ਮੇਰੀ ਫਲਾਣੇ ਨੂੰ ਫਤਿਹ ਬੁਲਾਇਓ, ਕਹਿੰਦੇ ਉਹਨਾਂ ਨੂੰ ਮੇਰੀ ਰਾਮ ਸਤ ਕਰਿਓ ਜੀ। ਰਾਮ ਸਤ ਦਾ ਭਾਵ ਸਭ ਠੀਕ ਠਾਕ ਹੈ ਇੱਧਰ। ਹਾਂਜੀ। ਹਰ ਗੋਬਿੰਦ ਕੋ ਦੀਜੈ ਪਿਆਰ। ਹਰ ਗੋਬਿੰਦ ਕੋ ਦੀਜੈ ਪਿਆਰ। ਹਰ ਗੋਬਿੰਦ ਜੀ ਨੂੰ ਪਿਆਰ ਦਿਓ। ਇਹ ਕਹਿ ਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਪਏ। ਰਸਤੇ 'ਚ ਕਿੱਥੇ ਕਿੱਥੇ ਰੁਕਦੇ ਆ, ਨਾਲ ਬਾਣੀਆਂ ਨੇ, ਭਾਵ ਬਾਣੀ ਦੀ ਪੋਥੀ ਹੈ,
ਕੁਝ ਸਿੱਖ ਪਹਿਲਾਂ ਆ ਗਏ ਸੀ, ਸਤਿਕਾਰਯੋਗ ਕੁਝ ਸਿੱਖ ਪਹਿਲਾਂ ਹੀ ਆ ਗਏ ਸਨ ਅੰਮ੍ਰਿਤਸਰ, ਤੇ ਮਹਾਰਾਜ ਉੱਥੇ ਰਹੇ ਆ, ਪਹਿਲਾਂ 3 ਦਿਨ ਉੱਥੇ ਰਹੇ, ਰਸਤੇ 'ਚ ਵੀ ਟਾਈਮ ਲੱਗਣਾ। ਸੋ ਇਹਦੇ ਤੋਂ ਅੱਗੇ ਜੋ ਕਥਾ ਹੈ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਤਿਗੁਰੂ ਜੀ ਮਿਹਰਾਂ ਕਰਨ, ਕਿਰਪਾ ਕਰਨ, ਸਾਨੂੰ ਪਿਆਰ ਸ਼ਰਧਾ ਭਾਵਨਾ ਬਖਸ਼ਣ, ਗੁਰੂ ਸਾਹਿਬ ਨੂੰ ਅਸੀਂ ਅੰਗ ਸੰਗ ਸਮਝ ਸਕੀਏ ਜੀ। ਜਿਵੇਂ ਮਹਾਰਾਜ ਆਪਣੇ ਮਾਮਾ ਜੀ ਨੂੰ ਕਹਿ ਰਹੇ ਨੇ ਨਾ, ਤੁਸੀਂ ਸਾਨੂੰ ਯਾਦ ਕਰੋ, ਕਹਿੰਦੇ ਅਸੀਂ ਤੁਹਾਡੇ ਲਾਗੇ ਹੀ ਹੈਗੇ ਆ। ਤੇ ਮਹਾਰਾਜ ਸਾਡੇ ਤੇ ਵੀ ਮਿਹਰ ਕਰਨ, ਕਿਰਪਾ ਕਰਨ। ਹੋਵੋ ਸਾਵਧਾਨ ਤੇ ਜਪੋ ਵਾਹਿਗੁਰੂ ਜੀ ਦਾ ਨਾਮ, ਫਿਰ ਖਿਮਾ ਮੰਗੀਏ। ਐਨ ਬਿਲਕੁਲ ਸਾਵਧਾਨ ਹੋ ਤੇ ਕੋਸ਼ਿਸ਼ ਕਰਨੀ ਹੈ, ਮਨ ਨੂੰ ਰੋਕਣਾ ਹੈ। ਮਨ ਬਹੁਤ ਚੰਚਲ ਹੈ, ਇਹ ਨਹੀਂ ਟਿਕਦਾ। ਇਹਨੂੰ ਰੋਕ ਕੇ ਨਾ ਇਹਨੂੰ ਵਾਹਿਗੁਰੂ ਸ਼ਬਦ ਸੁਣਾਉਣਾ ਹੈ। ਜਪੋ ਪ੍ਰੇਮ ਨਾਲ, ਐ ਇੱਕ ਰਸ ਸਾਰਿਆਂ ਨੇ ਬੋਲਣਾ, ਬਹੁਤ ਪ੍ਰੇਮ ਨਾਲ, ਨਾ ਸਰੀਰ ਹਿੱਲੇ ਨਾ ਮਨ ਹਿੱਲੇ। ਪ੍ਰੇਮ ਨਾਲ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ। ਇਹ ਜਿਹੜੇ 5 ਮਿੰਟ ਤੁਸੀਂ ਲਾਏ ਆ, ਆਪਾਂ ਲਾਏ ਆ, ਗੁਰੂ ਜੀ ਦੀ ਕਿਰਪਾ ਨਾਲ ਲੱਗੇ ਨੇ। ਹਾਂਜੀ, ਜੇ ਅਸੀਂ ਸੋਚ ਗਏ ਨਾ ਜੀ ਅਸੀਂ ਜਪਣਾ ਨਹੀਂ, ਨਾ, ਮੁਖੋਂ ਵਾਹਿਗੁਰੂ ਨਹੀਂ ਨਿਕਲ ਸਕਦਾ। ਇਸ ਕਰਕੇ ਮਹਾਰਾਜ ਕੋਲ ਕਿਰਪਾ ਮੰਗਿਆ ਕਰੀਏ, ਮਹਾਰਾਜ ਆਪ ਕਿਰਪਾ ਕਰੋ, ਦਇਆ ਕਰੋ, ਸਾਡੇ ਜੀਵਾਂ ਕੋਲੋਂ ਆਪ ਆਪਣਾ ਨਾਮ ਜਪਵਾ, ਭੁੱਲਾਂ ਦੀ ਮਾਫੀ ਬਖਸ਼ੋ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ। ਆਓ ਇੱਕ ਪੰਕਤੀ ਪੜ੍ਹ ਲਈਏ।